मेरे जी साथी यूहन्ना दी इंजील जद 15 नंबर चैप्टर ਉਹਦੀ 16 नंबर ਤੋਂ 35 ਨੂੰ ਧਿਆਨ ਦੇ ਕੇ ਪੜ੍ਹਦੇ ਜੇ। ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਤੁਸੀਂ ਨਹੀਂ ਮੈਨੂੰ ਚੁਣਿਆ, ਮੈਂ ਤੁਹਾਨੂੰ ਚੁਣਿਆ ਔਰ ਠਹਿਰਾਇਆ ਕਿ ਤੁਸੀਂ ਫਲ ਲੈ ਕੇ ਆਓ। ਹੁਣ ਮੇਰੇ ਜੀ ਸਾਥੀਓ, ਜੇ ਮਸੀਹ ਦੇ ਤੁਸੀਂ ਬੱਚੇ ਜੇ, ਮਸੀਹ ਦੀਆਂ ਭੈਣਾਂ ਜੇ, ਤੁਸੀਂ ਪਰਮੇਸ਼ਵਰ ਦੇ ਬੱਚੇ ਜੇ ਔਰ ਆਪਾਂ ਪਰਮੇਸ਼ਵਰ ਵਿੱਚ ਭੈਣ ਭਰਾ ਹਾਂ, ਤੇ ਫਿਰ ਸਾਡੀ ਸੋਚ ਜਿਹੜੀ ਦੂਸਰੇ ਲੋਕਾਂ ਤੋਂ ਅਲੱਗ ਹੋਣੀ ਚਾਹੀਦੀ ਹੈ। ਚਾਹੇ ਤੁਸੀਂ ਵਲੰਟੀਅਰ, ਚਾਹੇ ਤੁਸੀਂ ਕਵਾਇਰ, ਚਾਹੇ ਤੁਸੀਂ ਮੈਜੀਸ਼ੀਅਨ ਪਲੇ ਕਰਨ ਵਾਲੇ, ਚਾਹੇ ਤੁਸੀਂ ਜੁੱਤੀਆਂ ਦੇ ਜੋੜੇ ਜਮਾ ਕਰ, ਤੁਹਾਡੀ ਕੋਈ ਵੀ ਡਿਊਟੀ ਆ। ਪਰਮੇਸ਼ਵਰ ਨੇ ਤੁਹਾਡੇ ਨਾਲ ਗੱਲ ਕੀਤੀ ਆ ਕਿ ਤੁਸੀਂ ਸੰਸਾਰ ਦੇ ਸਰੂਪ ਜੇ ਨਹੀਂ ਬਣਨਾ। ਅੱਜ ਕਿੰਨੇ ਲੋਕ ਜਿਹੜੇ ਦਾੜੀ ਨੂੰ ਡਾਈ ਲਾਉਂਦੇ ਆ, ਕਾਲੇ ਕਰਦੇ ਵਾਲ, ਕਾਰਨ ਕੀ ਆ? ਉਹ ਆਪਣੇ ਆਪ ਨੂੰ ਜਾਗੇ ਦੇ ਸਰੂਪ ਵਰਗੇ ਬਣਾਉਂਦੇ ਨੇ। ਮੈਂ ਚੰਗਾ ਨਹੀਂ ਲੱਗਦਾ ਮੇਰੇ ਜੀ ਸਾਥੀਓ। ਜੋ ਪਵਿੱਤਰ ਬਾਈਬਲ ਸਾਨੂੰ ਕਹਿੰਦੀ ਆ, ਵੇਖੋ ਮੈਂ ਤੁਹਾਨੂੰ, ਜੇ ਤੁਹਾਨੂੰ ਮੁਸ਼ਕਿਲ ਲੱਗਦੀ ਆ ਕਿ ਸਾਨੂੰ ਬਾਈਬਲ ਤੇ ਚੱਲਣਾ ਬੜਾ ਔਖਾ ਵਾ, ਤੇ ਮੇਰੇ ਜੀ ਸਾਥੀਓ ਜਦ ਤੁਸੀਂ ਪਰਮੇਸ਼ਵਰ ਨੂੰ ਬੋਲੋਗੇ ਕਿ ਪਿਤਾ ਮੈਨੂੰ ਚਲਾ, ਫਿਰ ਇੱਕ ਦਿਨ ਤੁਹਾਨੂੰ ਆਨੰਦ ਵਾਲਾ ਜੀਵਨ, ਜਿਹੜੀਆਂ ਤੁਹਾਨੂੰ ਬੈਡ ਨਿਊਜ਼ਾਂ ਦੀ ਖਬਰ ਆਉਂਦੀ ਨਾ ਕਿ ਤੁਹਾਡੇ ਘਰ 'ਚ ਆਹ ਕੰਮ ਹੋਣ ਵਾਲਾ, ਤੁਹਾਡੇ ਘਰ 'ਚ ਉਹ ਕੰਮ ਕਿਉਂ ਹੋਣ ਵਾਲਾ, ਇਹ ਫਾਲਤੂ ਦੇ ਖਰਚੇ ਪ੍ਰਭੂ ਜੀ ਕਰਨਗੇ ਜਿਹੜੇ ਘਰਾਂ ਵਿੱਚ ਕਰ ਰਹੇ ਆ। ਰੋਜ਼ਾਨਾ ਪ੍ਰਭੂ ਜੀ ਕਰਨਗੇ ਪਵਿੱਤਰ ਬਾਈਬਲ ਨੂੰ ਆਪ ਪੜ੍ਹੋ, ਮੇਰੇ ਦਾਸ ਦੇ ਉੱਤੇ ਦੋਸ਼ ਨਾ ਲਾਓ। ਮੇਰਾ ਦਾਸ ਪ੍ਰਭੂ ਜੀ ਕਰਨਗੇ ਕਿਸੇ ਨੂੰ ਗਲਤ ਨਹੀਂ ਬੋਲਦਾ, ਜੋ ਵਚਨ ਦੇ ਵਿੱਚ ਲਿਖਿਆ ਤੁਹਾਡੇ ਨਾਲ ਉਹੀ ਗੱਲ ਕਰਦਾ, ਕਿਉਂਕਿ ਉਹਨੇ ਵਚਨ ਨੂੰ ਪੜ੍ਹਿਆ ਵਾ। ਉਹ ਵਚਨ ਨੂੰ ਪੜ੍ਹਦਾ ਔਰ ਵਚਨ ਦੇ ਨਾਲ ਪਿਆਰ ਕਰਦਾ ਕਿ ਮੇਰੇ ਪਰਮੇਸ਼ਰ ਮੇਰੇ ਬੋਲਣ ਨੂੰ, ਮੇਰੇ ਉੱਠਣ ਦੇ ਵਿੱਚ ਤੁਹਾਡੀ ਮਰਜ਼ੀ ਪੂਰੀ ਹੋਵੇ। ਐਂਟੀ ਕ੍ਰਾਈਸਟ ਪ੍ਰਭੂ ਜੀ ਕਹਿ ਰਹੇ ਕਿ ਮਸੀਹ ਦਾ ਵਿਰੋਧੀ ਕੀ ਕਰ ਰਿਹਾ ਕਿ ਬੱਚਿਆਂ ਨੂੰ ਪ੍ਰਾਰਥਨਾ ਵਿੱਚ ਨਹੀਂ ਲੱਗਣ ਦਿੰਦਾ, ਮੋਬਾਈਲਾਂ ਦੀ ਗੰਦਗੀ ਦੇ ਵਿੱਚ ਪਾ ਰਿਹਾ। ਪ੍ਰਭੂ ਕਹਿ ਰਹੇ ਕਿ ਤਿਆਰ ਹੋ ਜੋ ਆਪਣੇ ਘਰਾਂ ਨੂੰ ਬਚਾਉਣ ਵਾਸਤੇ। ਜੇ ਤੁਸੀਂ ਬਚਾਉਣਾ ਚਾਹੁੰਦੇ ਜੀ ਤੇ ਲਗਾਤਾਰ ਪਵਿੱਤਰ ਬਾਈਬਲ, ਪ੍ਰਭੂ ਕਹਿ ਰਹੇ ਕਿ ਭਵਿੱਖਬਾਣੀਆਂ ਹੋਣਗੀਆਂ, ਪਰ ਸਭ ਤੋਂ ਵੱਡੀ ਭਵਿੱਖਬਾਣੀ ਪਵਿੱਤਰ ਬਾਈਬਲ ਆ। ਜੇ ਤੁਸੀਂ ਪਵਿੱਤਰ ਬਾਈਬਲ ਨੂੰ ਪੜ੍ਹ ਕੇ ਕੰਮ ਕਰੋਗੇ ਤੇ ਪ੍ਰਭੂ ਜੀ ਕਹਿ ਰਹੇ ਕਿ ਫਿਰ ਤੁਹਾਨੂੰ ਕਹਿਣ ਦੀ ਲੋੜ ਨਹੀਂ ਆ, ਤੇ ਨਾ ਮੇਰੇ ਦਾਸ ਨੂੰ ਪ੍ਰੋਫੈਸੀ ਕਰਨ ਦੀ ਲੋੜ ਹੈ, ਤੁਹਾਨੂੰ ਮੰਗਣ ਦੀ ਲੋੜ ਨਹੀਂ। ਪ੍ਰਭੂ ਜੀ ਕਹਿ ਰਹੇ ਕਿ ਆਪਣੇ ਚਾਲ ਚੱਲਣ ਵਿੱਚ ਨਵੇਂ ਬਣੋ, ਆਪਣੀ ਬੁੱਧ ਵਿੱਚ ਨਵੇਂ ਬਣੋ, ਤੇ ਜਾਗੇ ਦੇ ਸਰੂਪ ਜੇ ਨਾ ਬਣੋ, ਤੇ ਪ੍ਰਭੂ ਜੀ ਕਹਿ ਰਹੇ ਕਿ ਵੇਖੋ ਤੁਹਾਡੇ ਵਾਸਤੇ ਹੋਣ ਵਾਸਤੇ ਜਾ ਰਿਹਾ। ਆਮੀਨ। ਹੁਣ ਇਹ ਜਗ੍ਹਾ ਤੇ ਮੇਰੇ ਜੀ ਸੱਚ ਲਿਖਿਆ, ਇਸ ਅਤੇ ਇਸ ਯੁੱਗ ਦੇ ਸਰੂਪ ਨਾ ਬਣੋ, ਸਗੋਂ ਆਪਣੀ ਬੁੱਧ ਵਿੱਚ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲ ਜਾਓ। ਹੁਣ ਵੇਖੋ ਇੱਥੇ ਕੀ ਲਿਖਿਆ, ਜਦ ਤੁਸੀਂ ਬਪਤਿਸਮਾ ਲੈਂਦੇ ਪਵਿੱਤਰ ਆਤਮਾ ਪਾਉਂਦੇ ਜੇ, ਤੇ ਬਾਈਬਲ ਦੇ ਵਿੱਚ ਕੀ ਲਿਖਿਆ ਕਿ ਬੁੱਧ ਵਿੱਚ ਪਹਿਲੇ ਨੰਬਰ ਤੇ ਨਵੇਂ ਬਣੋ, ਤੇ ਆਪਣੇ ਸਰੂਪ ਦੇ ਵਿੱਚ ਦੱਸਿਆ ਕਿ ਬਦਲ ਜਾਓ। ਸਰੂਪ ਵਿੱਚ ਬਦਲਣ ਦਾ ਮਤਲਬ ਕੀ ਆ ਕਿ ਤੁਸੀਂ ਹੁਣ ਮਸੀਹ ਦੇ ਬੱਚੇ ਨੇ, ਪਰਮੇਸ਼ਵਰ ਵਰਗੇ ਕੰਮ ਕਰਨੇ ਜੋ ਪ੍ਰਭੂ ਕਰਦੇ ਨੇ। ਉਹਨਾਂ ਸੰਸਾਰ ਦੇ ਵਿੱਚ ਰਹੇ ਨੇ ਪਰ ਉਹਨਾਂ ਸੰਸਾਰ ਵਾਲਾ ਕੋਈ ਕੰਮ ਨਹੀਂ ਕੀਤਾ। ਸੰਤ ਪੌਲੁਸ ਕੀ ਲਿਖਦਾ ਕਿ ਮੈਂ ਸੰਸਾਰ ਵਿੱਚ ਰਹਿਣਾ ਵਾ ਪਰ ਮੈਂ ਸੰਸਾਰ ਵਾਲੇ ਕੰਮ ਨਹੀਂ ਕਰਦਾ। ਮੇਰੇ ਜੀ ਸਾਥੀਓ, ਸੰਸਾਰ ਜਿਹੜਾ ਵਾ ਦੁੱਖਾਂ ਦੇ ਨਾਲ ਭਰਿਆ ਵਾ, ਕਸ਼ਟਾਂ ਦੇ ਨਾਲ ਭਰਿਆ ਵਾ। ਲੋਕ ਨਹੀਂ ਜਾਣਦੇ। ਲੋਕਡਾਊਨ ਦੇ ਦੌਰਾਨ ਪ੍ਰਭੂ ਜੀ ਕਰੇ ਕਿੰਨੇ ਲੋਕ ਜਿਨ੍ਹਾਂ ਨੇ ਮਿਹਨਤ ਘੱਟ ਹੋ ਗਈ ਆ। ਮਿਹਨਤ ਕਰਨ ਵਾਲਾ ਕੋਈ ਵੀ ਨਹੀਂ ਆ। ਪ੍ਰਭੂ ਜੀ ਕਰਕੇ ਮਿਹਨਤ ਆ ਜਿਹੜੀ ਤੁਸੀਂ ਦੇਖ ਰਹੇ ਨੇ। ਮੇਰਾ ਦਾਸ ਇਹ ਜਗ੍ਹਾ ਤੇ ਬੋਲਦਾ, ਪ੍ਰਭੂ ਜੀ ਕਰਕੇ ਪ੍ਰਾਰਥਨਾ ਵਾਲਾ ਰੂਮ ਜਿਸ ਜਗ੍ਹਾ ਤੇ ਮੇਰਾ ਦਾਸ ਪ੍ਰੀਚ ਕਰ ਰਿਹਾ, ਇਸ ਘਰ ਦੇ ਵਿੱਚ ਪ੍ਰਭੂ ਜੀ ਕਰਕੇ ਬੇਹੱਦ ਗਰੀਬੀ ਸੀ। ਅੱਜ ਪ੍ਰਭੂ ਜੀ ਕਹਿੰਦੇ ਕਿ ਜਿਹੜੇ ਲੋਕ ਮੇਰੇ ਦਾਸ ਦਾ ਮਜ਼ਾਕ ਉਡਾਉਂਦੇ ਸੀ, ਉਹ ਆਪਣੀ ਅੱਖਾਂ ਦੇ ਨਾਲ ਇਸ ਘਰ ਨੂੰ ਸੁਪਰ ਡੁਪਰ ਬਣਦਾ ਦੇਖ ਰਹੇ ਆ। ਔਰ ਪ੍ਰਭੂ ਜੀ ਕਹਿੰਦੇ ਕਿ ਆਉਣ ਵਾਲੇ ਸਮੇਂ 'ਚ ਸਭ ਤੋਂ ਬੈਸਟ ਇਸ ਘਰ ਦੇ ਵਿੱਚ ਤੁਸੀਂ ਉਹਨਾਂ ਲੋਕਾਂ ਨੂੰ ਦੇਖੋਗੇ ਜਿਹੜੇ ਲੋਕ ਮੇਰੇ ਦਾਸ ਦੇ ਖਿਲਾਫ ਸੀ। ਪ੍ਰਭੂ ਜੀ ਕਹਿੰਦੇ ਕਿ ਉਹੀ ਲੋਕ ਮੇਰੇ ਦਾਸ ਨਾਲ ਮਿਲ ਕੇ ਸੇਵਾ ਕਰਨਗੇ ਔਰ ਮੇਰੇ ਦਾਸ को ਪੁੱਛਣਗੇ ਕਿ ਅਸੀਂ ਆਹ ਕੰਮ ਕਿੱਦਾਂ ਕਰਨਾ, ਇਹ ਕਿਸ ਤਰੀਕੇ ਨਾਲ ਹੋਣਾ ਚਾਹੀਦਾ। ਪ੍ਰਭੂ ਜੀ ਕਹਿੰਦੇ ਕਿ ਜੋ ਆਨਲਾਈਨ ਦੇਖ ਰਹੇ ਆ ਉਹਨਾਂ ਦੇ ਵਾਸਤੇ ਵੀ ਇਹੀ ਆਵਾਜ਼ ਆ ਕਿ ਤੁਹਾਨੂੰ ਕੋਈ ਵੀ ਕਹੇ ਕਿ ਫਲਾਣੀ ਜਗ੍ਹਾ ਤੇ ਚੱਲ ਜਾ, ਇੱਧਰ ਚੱਲ ਜਾ। ਪ੍ਰਭੂ ਜੀ ਕਹਿੰਦੇ ਕਿ ਜੇ ਤੁਸੀਂ ਆਪਣੀ ਸੀਟ ਨੂੰ ਛੱਡ ਦਿੱਤਾ, ਉਹ ਜਗ੍ਹਾ ਤੇ ਕੋਈ ਹੋਰ ਆਣ ਕੇ ਬੈਠ ਜਾਏਗਾ, ਪਰ ਤੁਹਾਡੀਆਂ ਪ੍ਰੋਬਲਮਾਂ ਪ੍ਰਭੂ ਜੀ ਕਹਿੰਦੇ ਕਿ ਦਿਨ ਪ੍ਰਤੀ ਦਿਨ ਵਧਣਗੀਆਂ। ਫਿਰ ਕਿਉਂਕਿ ਬਾਈਬਲ ਤੋਂ ਬਿਨਾਂ ਤੁਸੀਂ ਚੱਲਣਾ ਵਾ, ਤੇ ਬਾਈਬਲ ਤੋਂ ਬਿਨਾਂ ਪ੍ਰਭੂ ਨੇ ਆਪਣਾ ਕੰਮ ਨਹੀਂ ਕਰਨਾ। ਤੁਸੀਂ ਸੋਚਣਾ ਕਿ ਸਾਡੇ ਕੰਮ ਨਹੀਂ ਹੋ ਰਹੇ, ਤੇ ਪ੍ਰਭੂ ਨੇ ਪਵਿੱਤਰ ਬਾਈਬਲ ਤੋਂ ਬਿਨਾਂ ਕਿਸੇ ਵੀ ਗੱਲ ਨੂੰ ਨਹੀਂ ਕਰਨਾ। ਆਮੀਨ। ਪ੍ਰਾਰਥਨਾ ਦੀ ਲੋੜ ਆ, ਪਵਿੱਤਰ ਬਾਈਬਲ ਦੀ ਲੋੜ ਆ, ਟੀਚਿੰਗ ਦੀ ਲੋੜ ਆ ਤੁਹਾਨੂੰ। ਆਉਣ ਵਾਲਾ ਸਮਾਂ ਪ੍ਰਭੂ ਜੀ ਕਹਿ ਰਹੇ ਕਿ ਸਭ ਤੋਂ ਵੱਧ ਲੋਕ ਅੰਨੇ ਜਾਤੀ ਹਿੰਦੂ ਲੋਕ ਪ੍ਰਭੂ ਜੀ ਕਹਿ ਰਹੇ ਕਿ ਸਭ ਤੋਂ ਵੱਧ ਮੇਰੇ ਦਾਸ ਦੇ ਦੁਆਰਾ ਬਚਣਗੇ। ਇਹ ਪ੍ਰੋਫੈਸੀ ਆ ਕਿ ਹਿੰਦੂ ਲੋਕ ਸਭ ਤੋਂ ਵੱਧ ਮੇਰੇ ਦਾਸ ਤੇ ਵਿਸ਼ਵਾਸ ਕਰਨਗੇ। ਹਿੰਦੂਆਂ ਦੇ ਵਿੱਚ ਪ੍ਰਭੂ ਜੀ ਕਹਿ ਰਹੇ ਕਿ ਮੇਰਾ ਦਾਸ ਪ੍ਰਚਾਰ ਕਰੇਗਾ। ਔਰ ਜਿੰਨੇ ਲੋਕ ਸੁਣ ਰਹੇ ਆ, ਇਹ ਤੁਸੀਂ ਆਪਣੀ ਅੱਖਾਂ ਨਾਲ ਦੇਖੋਗੇ ਕਿ ਜੀਸਸ ਮਿਨਿਸਟਰੀ ਵਿੱਚ ਸਭ ਤੋਂ ਵੱਧ ਹਿੰਦੂ ਲੋਕ ਆ ਰਹੇ ਆ। ਔਰ ਜੀਸਸ ਮਿਨਿਸਟਰੀ ਹੈ ਜਿਹੜੀ ਉਹਨਾਂ ਲੋਕਾਂ ਨੂੰ ਬੁੱਤ ਪੂਜਾ ਕਰਨ ਤੋਂ ਰੋਕ ਸਕਦੀ ਹੈ। ਹਰ ਇੱਕ ਵਾਸਤੇ ਪ੍ਰਭੂ ਜੀ ਕਹਿ ਰਹੇ ਕਿ ਆਨਲਾਈਨ ਵੀ ਜਿੰਨੇ ਲੋਕ ਸੁਣਦੇ ਨੇ,
मैं किसी धर्म के खिलाफ नहीं हाँ, मैं किसी जात के खिलाफ नहीं हाँ, पर पवित्र आत्मा मैनूं दस रहे हैं कि सब तो वध हिंदू ही मेरे दास के नाल प्यार करनगे और अन्य जाति के लोग सब तो वध प्रभु जी कह रहे कि चाहे वह सिख आ चाहे वह किसी भी कौम दे प्रभु जी करके सब तो वध वही लोग प्रार्थना करनगे और बाइबल पढ़नगे और मेरे दास की गल मनणगे। और प्रभु जी कह रहे कि जो लोग आग्याकारी और वफादारी करनगे तो उन्होंने प्रभु जी करके कहने की लोड़ नहीं है, उन्होंने मंगन की लोड़ नहीं है, उन्होंने वास्ते हो चुका। आमीन। ब्लड ऑफ जीसस प्रभु जी कह रहे कि जिन्हें लोग अपने घरों में लगाते हैं कि असीं ऑयल लगाइए, प्रभु जी कह रहे कि ऑयल लगाने तो बिना भी तुसीं चंगे हो सकते जे जिन्ना चिर प्रभु जी कह रहे कि अपने मूँह चों गंदियां गालां कढ़नियां बंद नहीं करोगे, चुगलियां करनियां बंद नहीं करोगे, किसी की शान के विरुद्ध बोलना बंद नहीं करोगे, किसी के ऊपर चिकड़ सुटना बंद नहीं करोगे। प्रभु जी कह रहे कि तुसीं ऑयल लगा के तुसीं कुछ भी लगा लो, तुसीं कभी भी चंगे नहीं हो सकते। तुहाडी जीभ प्रभु जी कह रहे कि तुहानूं चंगा करेगी, तुहाडा सुभाव ही तुहानूं चंगा करेगा, तुहाडा नेचर ही तुहानूं बीमारी तो चंगा करेगा। प्रभु जी कह रहे कि ऑनलाइन खास करके इस आवाज़ नूं सुनो, जिहड़े लोग घरां दे विच बैठ के निंदिया ते चुगलियां करदे आ, ये निंदिया ते चुगलियां वालियां वास्ते आवाज़ आ कि तुहानूं किसी भी गल दी इजाजत नहीं दिंदा खुदा दा वचन कि तुसीं दूसरे लोकां दी बगतोई करो। बीमारी का कारण प्रभु जी कह रहे कि तुसीं खुद आप जे, तुहाडे घरां दे विच बीमारी का कारण तुसीं जे, क्योंकि तुसीं बार बार गलतियां करते, बार बार माफी मांगते। और प्रभु जी कह रहे कि सोचो तुसीं किहड़ी की कर रहे जे। तुहाडियां प्रभु जी कह रहे कि गलतियां बेहद क्यों आ, क्योंकि सच्चा वचन तुहाडे जीवन च नहीं है, तुहानूं वचन च पता नहीं है कि किसी दी शान के खिलाफ नहीं बोलना। को रात के समय प्रभु जी कह रहे कि प्रार्थना करनी चाहता पर उन्होंने बेहद सुस्ती पैंदी है। वो सिस्टर मैं देख रहा वो रोड़ी तो सिस्टर आ, प्रभु जी कह रहे कि तू सिस्टर जे जगह दे अपने सिर ते हाथ रख के शू आत्मा दे विच कि प्रभु जी मैं प्रार्थना करना चाहनी हाँ, तेरे को प्रार्थना दी। प्रभु जी कह रहे कि तेरे घर का बोझ, तेरे घर वाला मंडी के काम की चिंता कर रहा, मंडी का काम प्रभु जी कह रहे कि तुहाडा बढ़ने वास्ते जा रहा, पर प्रभु जी कह रहे कि तैयार हो जाओ। जिहड़े लोग माफी मंग के फिर गलती करते हैं, माफी मंगते फिर गलती करते हैं, प्रभु जी करके उन्होंने बोल कि मैं तुहाडे को एक एक गल का हिसाब लेना वा, तुसीं गलतियां ते गलतियां करोगे तो मैं तुहानूं माफ नहीं करांगा। हर एक रास्ता प्रभु जी कह रहे कि पवित्र बाइबल ही दोबारा खोल सकता। प्रभु कह रहे कि करनियां तो नहीं, कृपा तो जो मेरा दास बोल रहा। दूसरा नाम सिस्टर का नाम सती आ, प्रभु जी कह रहे कि तेरी पवित्र बाइबल कट चुकी है। ऑनलाइन प्रभु जी कह रहे कि जिन्हें लोग देख रहे हैं तुहाडियां प्रार्थनावां दे उत्तर रुके ने, तुहाडियां प्रार्थना दे उत्तर रुके ने। प्रभु जी कह रहे कि उसदा कारण तुसीं आप जानदे जे कि तुसीं बार बार लड़दे जे, तुसीं बार बार खिजदे जे, तुसीं बार बार माड़ा बोलदे जे, तुसीं माड़ा ही बोलना पसंद करदे जे। प्रभु जी कह रहे हैं कि इन्हां नूं बोल कि उठण तो पहला 15 या 20 मिनट अपने घुटनों धो के प्रार्थना करनी है कि प्रभु इस सुबह की रोशनी तुसीं मेरे जीवन दे विच लैके आए। मैं अज तो अगे किसी के खिलाफ नहीं बोलांगा, कोई मैनूं गलत कहेगा मैं किसी नूं गलत नहीं कहांगा, मैं उन्हां दे वास्ते दुआ करांगा। प्रभु जी कह रहे कि जे इन्हां प्रॉब्लमां दे विचों दा सॉल्यूशन तुसीं लभना चाहुंदे जे ते बाइबल नूं पढ़ो लगातार। चारे अंजीलां प्रभु जी कह रहे कि पढ़नी शुरू करो, मत्ती, मरकस, लूका और यूहन्ना, ये चार अंजीलां दे विच प्रभु दा सुभाव वेखो, प्रभु ने की करन वास्ते कि आपां की कर रहे हैं। और प्रभु जी कह रहे कि जिहड़े लोग लिखती वचन नूं पढ़ के मजाक करदे आ कि नहीं होना, प्रभु जी कह रहे कि उन्हां दे अंदर एक शैतान दी रूह आ, एक शैतान दा आत्मा जिहड़ा तुहानूं बार-बार तुहाडे मकसद तो, तुहाडे फोकस तो हटा रहा। पवित्र वचन प्रभु जी कह रहे कि सच्चा और जीवत आ, इहदे विच एक एक गल जिहड़ी लिखी सच आ। प्रभु जी कह रहे कि मसीह दे विरोधी नूं शर्मिंदा करन दा एक ही प्लान है, पवित्र बाइबल, प्रार्थना, विश्वास, आग्याकारी, वफादारी करन तो बिना प्रभु जी कह रहे कि तुसीं तरक्की नहीं कर सकते। एक पैन और मैं देख रहा, हाँ सिस्टर बीरो रोड़ी तो मैं देख रहा। प्रभु जी कह रहे कि घर दे विच बेहद गुस्सा ते खिज खिजाई साजन
ਸਾਜਨ ਨਾਮ ਦਾ ਬੰਦਾ, ਪ੍ਰਭੂ ਜੀ ਕਹਿ ਰਹੇ ਕਿ ਬੇਹੱਦ ਮਜ਼ਾਕ ਨੂੰ ਪਿਆਰ ਕਰਦਾ, ਪਰ ਪ੍ਰਭੂ ਜੀ ਕਹਿ ਰਹੇ ਕਿ ਉਹਨੂੰ ਬੋਲ ਕਿ ਤੇਰਾ ਕੰਮ 에ਅਰਪੋਰਟ ਤੇ ਨਹੀਂ ਬਣ ਰਿਹਾ। ਉਹਦਾ ਕਾਰਨ ਪ੍ਰਭੂ ਜੀ ਕਹਿ ਰਹੇ ਕਿ ਤੂੰ ਜਾਣਦਾ ਵਾ ਕਿ ਤੇਰੇ ਘਰ ਦੇ ਵਿੱਚ ਕੋਈ ਪ੍ਰਾਰਥਨਾ ਨਹੀਂ ਕਰਦਾ। ਪਿੰਡ ਰੋੜੀ ਦੇ ਵਿੱਚ ਪ੍ਰਭੂ ਜੀ ਕਹਿ ਰਹੇ ਕਿ ਜੋ ਖੁਦਾ ਦਾ ਆਤਮਾ ਮੈਨੂੰ ਲੈ ਕੇ ਜਾ ਰਿਹਾ, ਦੱਸ ਰਿਹਾ ਕਿ ਪਿੰਡ ਰੋੜੀ ਉਹ ਜਗ੍ਹਾ ਤੇ ਪ੍ਰਭੂ ਜੀ ਮੈਨੂੰ ਜੋ ਦਿਖਾ ਰਿਹਾ ਕਿ ਉਹ ਸਾਜਨ ਨਾਮ ਦਾ ਬੰਦਾ ਵਾ, ਉਹ ਪ੍ਰਾਰਥਨਾ ਬਿਲਕੁਲ ਨਹੀਂ ਕਰਦਾ, ਉਹਦੀ ਬਾਈਬਲ ਬਿਲਕੁਲ ਕਮਜ਼ੋਰ ਆ, ਉਹ ਕੰਮ ਦੀ ਚਿੰਤਾ ਔਰ ਘਰ ਦੀ ਚਿੰਤਾ ਕਰਦਾ। ਪ੍ਰਭੂ ਜੀ ਕਹਿ ਰਹੇ ਕਿ ਤੂੰ ਘਰ ਦੀ ਤੇ ਕੰਮ ਦੀ ਚਿੰਤਾ ਮੇਰੇ ਤੇ ਸੁੱਟ ਦੇ, ਮੈਂ ਕਰਾਂਗਾ। ਪਵਿੱਤਰ ਬਾਈਬਲ ਪੜ੍ਹ, ਲਗਾਤਾਰ ਪ੍ਰਾਰਥਨਾ ਕਰ। ਮਸੀਹ ਦਾ ਵਿਰੋਧੀ ਤੇਰੇ ਮਗਰ ਆ, ਤੇਰੇ ਮਨ ਵਿੱਚ ਬਾਰ-ਬਾਰ ਪਾਉਂਦਾ ਕਿ ਕਿਸੇ ਨੇ ਤੇਰੇ ਨਾਲ ਧੋਖਾ ਕੀਤਾ ਵਾ। ਔਰ ਪ੍ਰਭੂ ਜੀ ਕਹਿ ਰਹੇ ਕਿ ਦਰਸ਼ਨ ਦੇ ਨਾਲ ਗੱਲ ਕਰ ਕਿ ਦਰਸ਼ਨ ਨਾਮ ਦਾ ਕੋਈ ਬੰਦਾ, ਉਹਦਾ ਕੰਮ ਪ੍ਰਭੂ ਜੀ ਕਹਿ ਰਹੇ ਕਿ ਬਣਨ ਵਾਸਤੇ ਜਾ ਰਿਹਾ। ਉਹਦੇ ਮਾਲਕ ਪ੍ਰਭੂ ਜੀ ਕਹਿ ਰਹੇ ਕਿ ਉਹਦੇ ਖਿਲਾਫ ਨਹੀਂ ਬੋਲਣਗੇ। ਔਰ ਪਵਿੱਤਰ ਆਤਮਾ ਕਹਿ ਰਿਹਾ ਕਿ ਤੁਸੀਂ ਜਿੰਨੇ ਲੋਕ ਵੀਡੀਓ ਦੇਖਦੇ ਨੇ, ਵੀਡੀਓ ਦੀ ਮਾਧਿਅਮ ਦੇ ਨਾਲ ਤੁਸੀਂ ਪ੍ਰਭੂ ਦੀ ਆਵਾਜ਼ ਨੂੰ ਸੁਣ ਰਹੇ ਨੇ। ਪ੍ਰਭੂ ਜੀ ਕਹਿ ਰਹੇ ਕਿ ਕੰਨਾਂ ਦੀਆਂ ਆਵਾਜ਼ਾਂ, ਦਿਲ ਔਰ ਦਿਮਾਗ ਦੀ ਚਿੰਤਾ ਬੇਹੱਦ ਲੋਕਾਂ ਨੂੰ ਸਤਾ ਰਹੀ ਹੈ। ਘਰਾਂ ਦੇ ਵਿੱਚ ਪ੍ਰਭੂ ਜੀ ਕਹਿ ਰਹੇ ਕਿ ਐਸੀ ਪ੍ਰੋਬਲਮ ਮੈਂ ਦੇਖ ਰਿਹਾ, ਕੁੱਟਮਾਰ ਔਰ ਲੜਾਈ ਝਗੜੇ ਦਿਖ ਰਹੇ ਨੇ। ਸ਼ੈਤਾਨ ਬੇਹੱਦ ਕੋਸ਼ਿਆ ਕਿ ਲੋਕਡਾਊਨ ਦੇ ਵਿੱਚ ਚਰਚ ਬੰਦ ਹੋ ਚੁੱਕੇ ਨੇ। ਪਵਿੱਤਰ ਆਤਮਾ ਮੈਨੂੰ ਦੱਸ ਰਿਹਾ ਕਿ ਤੁਸੀਂ ਮਨ ਦੀ ਸ਼ਾਂਤੀ ਮੰਗੋ, ਮੈਂ ਦੇਵਾਂਗਾ। ਕਿਸੇ ਦੇ ਮਗਰ ਨਾ ਲੱਗੋ, ਕਿਸੇ ਦੇ ਮਗਰ ਲਾ ਕੇ ਚਰਚ ਨਾ ਛੱਡੋ। ਤੁਸੀਂ ਲਗਾਤਾਰ ਬਾਈਬਲ ਪੜ੍ਹੋ, ਆਗਿਆਕਾਰੀ ਕਰੋ, ਹੁਕਮ ਮੰਨੋ ਕਿ ਪ੍ਰਭੂ ਜੀ ਕਹਿ ਰਹੇ ਕਿ ਤੁਸੀਂ ਆਪਣੇ ਹੀ ਜੋ ਸਮੱਸਿਆ ਦੇ ਵਿੱਚ ਫਸੇ ਹੋਏ ਨੇ, ਤੁਸੀਂ ਬਾਹਰ ਨਿਕਲ ਰਹੇ ਨੇ। ਆਮੀਨ, ਆਮੀਨ। ਅਸੀਂ ਖੁਦਾ ਦੇ ਪਾਕ ਕਲਾਮ ਨੂੰ ਅੱਗੇ ਫਿਰ ਲੈ ਕੇ ਜਾਵਾਂਗੇ। ਹੁਣ ਮੇਰੇ ਜੀ ਸਾਥੀਓ, ਜਗ੍ਹਾ ਤੇ ਜੋ ਪਰਮੇਸ਼ਵਰ ਦਾ ਵਚਨ ਨਹੀਂ ਸੁਣਿਆ ਕਿ ਪਹਿਲੇ ਨੰਬਰ ਤੇ ਹੀ ਆਪਣੇ ਆਪ ਨੂੰ ਜਾਗੇ ਦੇ ਸਰੂਪ ਵਰਗੇ ਨਾ ਬਣਾਈਏ। ਦੂਸਰਾ ਨੰਬਰ ਕਿ ਅਸੀਂ ਬੁੱਧ ਵਿੱਚ ਨਵੇਂ ਬਣੀਏ। ਕਹਿੰਦਾ ਪਹਿਲਾਂ ਕਿ ਤੋਬਾ ਕਰ ਲਈ, ਬਪਤਿਸਮਾ ਲੈ ਲਿਆ, ਸਾਡੀ ਬੁੱਧ ਨਹੀਂ ਬਦਲੀ, ਬੁੱਧ ਉਹੀ ਆ। ਪਹਿਲੇ ਵੀ ਮੋੜਾਂ ਦੇ ਖਲੋਂਦੇ, ਹੁਣ ਵੀ ਆਪਾਂ ਮੋੜਾਂ ਦੇ ਖਲੋਂਦੇ ਆ। ਪਹਿਲੇ ਵੀ ਟੀਵੀ ਵਿੱਚ ਫਿਲਮਾਂ ਵੇਖਦੇ, ਹੁਣ ਵੀ ਵੇਖਦੇ ਆ। ਪਹਿਲੇ ਵੀ ਗਾਲਾਂ ਕੱਢਦੇ, ਹੁਣ ਵੀ ਗਾਲਾਂ ਕੱਢਦੇ ਆ। ਕਿ ਬਦਲਾਅ ਕੀ ਆ? ਪਰਮੇਸ਼ਵਰ ਮੇਰੇ ਜੀ ਸਾਥੀਓ ਤੁਹਾਡੇ ਜੀਵਨ ਚੋਂ ਬਦਲਾਅ ਦੇਖਣਾ ਚਾਹੁੰਦਾ। ਤੁਸੀਂ ਬਦਲੋ। ਬਾਈਬਲ ਤੋਂ ਬਿਨਾਂ ਕਿਸੇ ਵੀ ਕੰਮ ਨੂੰ ਨਹੀਂ ਕਰਨਾ। ਆਮੀਨ। ਅਗਲੀ ਆਇਤ ਮੈਂ ਪੜਾਂਗਾ। ਹੁਣ ਅਗਲੀ ਸਾਈਡ ਤੇ ਲਿਖਿਆ, ਜਦੋਂ ਮੈਂ ਪੜਦਾ 3 ਨੰਬਰ ਇੱਥੇ ਲਿਖਿਆ, ਮੈਂ ਤਾਂ ਉਸ ਕਿਰਪਾ ਤੋਂ ਜਿਹੜੀ ਮੈਨੂੰ ਦਾਨ ਹੋਈ ਤੁਹਾਡੇ ਵਿੱਚੋਂ ਹਰੇਕ ਨੂੰ ਆਖਦਾ ਹਾਂ ਕਿ ਉਹ ਆਪਣੇ ਆਪ ਨੂੰ ਜਿੰਨਾ ਚਾਹੁੰਦਾ ਹੈ ਉਸ ਨਾਲੋਂ ਵਧੇਕ ਨਾ ਸਮਝੇ, ਸਗੋਂ ਸੁਰਤ ਨਾਲ ਸਮਝੇ, ਜੇਕਰ ਪਰਮੇਸ਼ਰ ਨੇ ਮਿਲ ਕੇ ਹਰੇਕ ਨੂੰ ਨਿਚਾ ਵੰਡ ਦਿੱਤੀ ਹੈ। ਆਮੀਨ। ਇੱਥੇ ਮੇਰੇ ਜੀ ਸਾਥੀਓ ਵੇਖੋ, ਪਰਮੇਸ਼ਰ ਨੇ ਹਰ ਇੱਕ ਨੂੰ ਨਿਚਾ ਦਿੱਤੀ ਹੈ। ਕੋਈ ਆਪਣੇ ਆਪ ਨੂੰ ਜ਼ਿਆਦਾ ਵੱਧ ਨਾ ਸਮਝੇ। ਇਹ ਜਗ੍ਹਾ ਤੇ ਆ ਗਈ ਡਿਊਟੀਆਂ। ਹੁਣ ਆ ਗਈਆਂ ਡਿਊਟੀਆਂ। ਹੁਣ ਮੈਂ ਜਿਹੜੀ ਇਹ ਆਇਤ ਪੜ੍ਹੀ ਆ ਕਿ ਪਰਮੇਸ਼ਰ ਨੇ ਹਰ ਇੱਕ ਨੂੰ ਇੱਕ ਅਲੱਗ-ਅਲੱਗ ਇੱਕ ਮਸਾ ਵੰਡ ਕੇ ਦਿੱਤਾ ਕਿ ਕੋਈ ਆਪਣੇ ਆਪ ਨੂੰ ਜ਼ਿਆਦਾ ਵਧੇਕ ਨਾ ਸਮਝੇ। ਠੀਕ ਹੈ ਨਾ। ਹੁਣ ਸੰਤ ਪੌਲੁਸ ਨੇ ਕਿਹਾ ਕਿ ਮੈਂ ਤਾਂ ਉਸ ਕਿਰਪਾ ਤੋਂ ਜਿਹੜੀ ਮੈਨੂੰ ਦਾਨ ਹੋਈ ਤੁਹਾਡੇ ਵਿੱਚੋਂ ਹਰੇਕ ਨੂੰ ਆਖਦਾ ਹਾਂ ਕਿ ਉਹ ਆਪਣੇ ਆਪ ਨੂੰ ਜਿੰਨਾ ਚਾਹੁੰਦਾ ਹੈ ਉਸ ਨਾਲੋਂ ਵੱਧ ਨਾ ਸਮਝੇ। ਮਤਲਬ ਕਿ ਜਿੰਨਾ ਚਾਹੁੰਦਾ ਉਹ ਤੋਂ ਵੱਧ ਨਾ ਸਮਝੇ। ਜੋ ਤੁਹਾਨੂੰ ਖੁਦਾ ਨੇ ਦਿੱਤਾ, ਮੇਰੇ ਕਹਿਣ ਦਾ ਮਤਲਬ ਕਿ ਬੱਚਨ ਨੂੰ ਨਾ ਵਧਾਉਣਾ ਤਾਂ ਨਾ ਹੀ ਘਟਾਉਣਾ। ਜੋ ਕੋਈ ਤੁਹਾਨੂੰ ਪਰਮੇਸ਼ਵਰ ਨੇ ਦਿੱਤਾ, ਤੁਸੀਂ ਉਹਦੇ ਵਿੱਚ ਹੀ ਵਫਾਦਾਰ ਰਹੋ, ਉਹਦੇ ਵਿੱਚ ਹੀ ਟਿਕੇ ਰਹੋ ਜੋ ਤੁਹਾਨੂੰ ਪਰਮੇਸ਼ਵਰ ਨੇ ਦਿੱਤਾ ਹੋ।
आमीन। अगली साइड ते लिखा उस नालों वध ना समझो सगों सुरत नाल समझो जिकर परमेश्वर ने मिल के हरेक नूं नेचा की कर दित्ती आ वंड दित्ती आ। आमीन। कहता मतलब कि जो परमेश्वर ने तुहानूं देता ये ना कहो मैनूं घट मिल गया मैनूं वध मिल गया, क्योंकि बाइबल ने कहता कि दान होई आ, ये सानूं खुदा ने दान दिता। एक किरपा जिहड़ी सानूं मिली है सानूं दान दित्ती खुदा वालों। अगली साइड ते मेरे जी साथियों अगली साइड ते लिखा जिवें एक शरीर विच ढेर सारे अंग हन पर सारे अंगां दा इक्को काम नहीं। आमीन। हुण वेखो ये जगह ते ज्यादा आपां पढ़दे हां खुदा दा वचन, इत्थे लिखिआ कि जिवें एक शरीर आ उन्हां सारिਆਂ ਦਾ ਇੱਕ ਕੰਮ नहीं। हुण मेरे जी साथियों ध्यान दे के तुसीं परमेश्वर ਦੀ आवाज़ ਨੂੰ सुनो। ਇਹ ਗੱਲ ਅੱਜ ਦੀ ਵਲੰਟੀਅਰ ਪਾਸਟਰ ਕਵੈਰ ਸਾਊਂਡ ਸਿਸਟਮ और ਵੱਖ-ਵੱਖ ਜਿਹੜੇ ਬੰਦੇ ਜਿਹੜੇ ਮੇਰੇ ਭੈਣ ਭਰਾ ਡਿਊਟੀਆਂ ਦੇ ਉੱਪਰ ਇਹ ਉਹਨਾਂ ਦੀ ਆਵਾਜ਼ ਆਉਂਦੀ। ਹੁਣ ਇੱਥੇ ਲਿਖਿਆ ਹੁਣ ਵੇਖੋ ਮੰਨ ਲਓ ਸਰੀਰ ਇੱਕ ਆ, ਬਾਹਾਂ ਆਪਣਾ ਕੰਮ ਕਰਦੀਆਂ, ਲੱਤਾਂ ਆਪਣਾ ਕੰਮ ਕਰਦੀਆਂ, ਨੱਕ ਸਾਹ ਦਿੰਦਾ, ਮੂੰਹ ਦੇ ਨਾਲ ਖਾਈਦਾ, ਅੱਖਾਂ ਦੇ ਨਾਲ ਵੇਖੀਦਾ ਔਰ ਕੰਨਾਂ ਦੇ ਨਾਲ ਸੁਣੀਦਾ, ਹੱਥ ਆਪਣਾ ਕੰਮ ਕਰਦੇ। ਮੇਰੇ ਕਹਿਣ ਦਾ ਮਤਲਬ ਕਿ ਪਵਿੱਤਰ ਬਾਈਬਲ ਨੇ ਸਾਨੂੰ ਕੀ ਸਿਖਾਇਆ ਕਿ ਸਰੀਰ ਇੱਕ ਆ, ਅੰਗ ਬੇਹੱਦ ਨੇ ਪਰ ਉਹਨਾਂ ਸਾਰੇ ਅੰਗਾਂ ਦੇ ਵੱਖਰੇ ਵੱਖਰੇ ਕੰਮ ਆ। ਆਮੀਨ। ਅੱਜ ਤੁਸੀਂ ਵੱਖਰੇ ਵੱਖਰੇ ਕੰਮਾਂ ਨੂੰ ਸਿੱਖਣ ਵਾਸਤੇ ਜਾ ਰਹੇ ਨੇ, ਉਹ ਵੱਖਰੇ ਵੱਖਰੇ ਕੰਮ ਕਿਹੜੇ ਆ? ਔਰ ਤਿਆਰ ਹੋ ਜੋ ਪਰਮੇਸ਼ਰ ਦੇ ਬਚਨ ਨੂੰ ਬੜੇ ਧਿਆਨ ਨਾਲ ਸੁਣਨ ਵਾਸਤੇ ਮੇਰੇ ਜੀ ਸਾਥੀਓ। ਜਿਹੜੇ ਬੱਚੇ ਬਚਨ ਸੁਣਦੇ ਸਮੇਂ ਮੋਬਾਈਲ ਨਾਲ ਪੰਗੇ ਲੈਂਦੇ ਉਹਨਾਂ ਦੇ ਵਾਸਤੇ ਵੀ ਆਵਾਜ਼ ਆ ਕਿ ਖੁਦਾ ਦੀ ਬਾਣੀ ਨੂੰ ਸੁਣ। ਤੇਰੇ ਤੋਂ ਵੀ ਬੜੀ ਵੱਡੀ ਮੁਸੀਬਤ टल रही है कि दुश्मन नहीं चाहता तू सेवा करे। सेवा करने तो पहले तेनों मैनूं आवाज़ नहीं भी मारना चाहता वा कि मैं खवा खवा के बहुत मोटा करदा, बाद च प्रॉब्लम कोई ना कोई शुरू हो रही। बच्चे खास करके सुनो खुदा दी आवाज़ में, तुसीं खुदा दे बच्चे ने इस जगह ते सच नूं सुन रहे हैं और सच्चा परमेश्वर इत्थे है। आमीन। हुण मेरे जी साथियों ये जगह ते जो आप बच्चन सुनिया कि हर एक दी एक वक्री की है, एक वक्री वक्री ड्यूटी है। मेरे कहने का भाव की है हुण अगली साइड ते जब मैं पढ़ांगा देखो ड्यूटियां हुण लग्या तिवें असीं जो ढेर सारे हाँ मसीह विच मिल के एक शरीर हाँ अते एक एक करके एक दूजे दे अंग हाँ। आमीन। हुण मेरे जी साथियों मान लो कवैर भजन गांदी है, सैकटरी जिहड़ा मीटिंग नूं लीड करदा, एक जोड़े जमा करदा ओहदी जोड़े जमे करन दी ड्यूटी है, एक टेस्टिमनी लिखदा ओहदी टेस्टिमनी दी ड्यूटी है, कोई गवाही दिंदा, कोई बपतिस्मा दी ड्यूटी है, क्योंकि सारियां दी साडी एक ड्यूटी, क्योंकि पवित्र बाइबल ने लिखिआ ना तिवें असीं जो ढेर सारे हाँ मसीह विच मिल के एक शरीर हाँ अते एक एक करके एक दूजे दे की अंग आ। हुण मेरे जी साथी जे पास्टर आ तो बेचारा ढोलकी नहीं बजा सकता, ठीक है उसको गिफ्ट खुदा ने सारे दे तो भजन भी गा सकता, पर इत्थे मेन चल के रहा कि ड्यूटी आ। कैमरामैन अपना कैमरा चलाए, साउंड ब्रेकर अपना साउंड ते आन के ड्यूटी करे, कवैर अपनी समय सिर आन के अपनी माइक सैट करावे और समय सिर मीटिंग नूं लीड करे, कीबोर्ड वाला कीबोर्ड बजावे, ड्रमर ड्रम प्ले करे, तबले वाला तबला प्ले करे। क्योंकि देखो परमेश्वर ने पहले कहता आप सारे मिलके एक शरीर आ, बहुत सारे अंग आ, पर सारे शरीर का सारे अंगों का एक वक्रा वक्रा ही आ, एक वक्रा वक्रा काम है। अगली साइड ते मेरे जी साथी वेखो मैं पढ़न वास्ते जा रहा हूं। हुण वेखो इस जगह ते तुसीं ध्यान दे के खुदा दी बाणी नूं सुनना कि जेड़ी जेड़ी खुदा ने तुहानूं सेवा दित्ती आ उस सेवा नूं ध्यान दे के सुनो। पहले नंबर ते लिखिआ सानू उस किरपा के अनुसार जो सानू दान हुई है वख-वख दातां मिलियां, फिर जे वो नबूवत होवे तां अपनी नेचा समान नबूवत करे। आमीन। इस जगह ते लिखिआ कि जे वो प्रोफेसी करदा नबूवत करदा तो पास्टर दा काम की है, जो प्रॉफिट आ तो नबूवत ही करे, क्योंकि उसकी ड्यूटी की है। क्योंकि मेरे जी साथी जो ध्यान दे किसी खुदा दी बाणी नूं होश दे नाल सुणदे फिर सानूं पता लगदा। हुण इत्थे लिखिआ सो उस किरपा दे अनुसार जो सानूं दान होई
ਵੱਖੋ ਵੱਖਰੀਆਂ ਦਾਤਾਂ ਮਿਲੀਆਂ, ਫਿਰ ਜੇ ਨਬੂਵਤ ਹੋਵੇ ਤਾਂ ਉਹ ਆਪਣੇ ਨੇਚਰ ਦੇ ਸਮਾਨ ਨਬੂਵਤ ਕਰੇ। ਆਮੀਨ। ਇੱਥੇ ਲਿਖਿਆ ਜੇ ਤੁਸੀਂ ਮੰਨ ਲਓ ਪ੍ਰੋਫਿਟ ਜੇ ਤੇ ਤੁਹਾਡਾ ਕੰਮ ਹੈ ਤੁਸੀਂ ਨਬੂਵਤ ਜਿਹੜੀ ਵਫਾਦਾਰੀ ਦੇ ਨਾਲ ਕਰੋ। ਆਮੀਨ। ਅਗਲੀ ਸਾਈਡ ਤੇ ਲਿਖਿਆ ਜੇ ਸੇਵਾ ਹੋਵੇ ਤਾਂ ਉਹ ਆਪਣੀ ਸੇਵਾ ਵਿੱਚ ਹੀ ਰਹੇ, ਜੇ ਸਿਖਾਉਣ ਵਾਲਾ ਹੋਵੇ ਤਾਂ ਉਹ ਸਿਖਾਉਣ ਵਾਲੇ ਕੰਮ 'ਚ ਰਹੇ। ਮੰਨ ਲਓ ਤੁਹਾਨੂੰ ਸੇਵਾ ਦਾ ਕੰਮ ਆ, ਤੁਸੀਂ ਸਿਰਫ ਆਪਣੀ ਸੇਵਾ ਦੇ ਕੰਮ 'ਚ ਰਹਿਣਾ, ਇਹ ਨਹੀਂ ਤੁਸੀਂ ਸੇਵਾ ਨੂੰ ਛੱਡ ਕੇ ਤੁਸੀਂ ਹੋਰ ਹੀ ਕੰਮ ਕਰਨ ਲੱਗ ਪਏ। ਅੱਜ ਕਿੰਨੇ ਲੋਕ ਜਿਹੜੇ ਸੇਵਕਾਈ ਕਰਦੇ ਆ, ਬਸ ਸੇਵਕਾਈ ਨੂੰ ਛੱਡ ਕੇ ਕਹਿੰਦੇ ਨਹੀਂ ਜੀ ਸੇਵਕਾਈ ਛੱਡ ਕੇ ਹੁਣ ਹੀ ਆਪਣਾ ਕੰਮ ਕਰ ਲਿਆ। ਮੇਰੇ ਜੀ ਸਾਥੀਓ ਵੇਖੋ ਬਾਈਬਲ ਤੁਹਾਨੂੰ ਇਹ ਇਜਾਜ਼ਤ ਨਹੀਂ ਦਿੰਦੀ। ਮੈਂ ਤੁਹਾਨੂੰ ਤਾਂ ਹੀ ਕਿਹਾ ਕਿ ਵੇਖੋ ਜਦ ਤੁਸੀਂ ਬਾਈਬਲ ਨੂੰ ਸੁਣੋਗੇ ਤੁਹਾਨੂੰ ਸਮਝ ਲੱਗੇਗੀ ਕਿ ਵਾਕਿਆ ਇਸ ਸੰਸਾਰ ਤੋਂ ਅਲੱਗ ਆ, ਇਹ ਸੰਸਾਰੀ ਲੋਕ ਨਹੀਂ ਆ, ਇਹ ਉਹ ਲੋਕ ਜਿਹੜੇ ਪ੍ਰੋਫੈਸ਼ਨਲ ਖੁਦਾ ਦੇ ਬੰਦੇ ਆ, ਜਿਨ੍ਹਾਂ ਨੂੰ ਪਰਮੇਸ਼ਵਰ ਦਾ ਡਰ ਆ, ਜਿਨ੍ਹਾਂ ਦੇ ਅੰਦਰ ਇੱਕ ਸੋਚ ਆ ਕਿ ਅਸੀਂ ਉਹ ਕਰਾਂਗੇ ਜੋ ਬਾਈਬਲ ਸਾਨੂੰ ਕਹਿੰਦੀ ਹੈ। ਰੋਜ਼ਾਨਾ ਪ੍ਰਭੂ ਜੀ ਕਰਕੇ ਆਪਣੇ ਘਰਾਂ 'ਚ ਬਾਈਬਲ ਪੜ੍ਹੋ ਔਰ ਮਿਹਨਤ ਸ਼ੁਰੂ ਕਰੋ। ਪ੍ਰਭੂ ਜੀ ਕਰਕੇ ਤੁਹਾਨੂੰ ਸਮਝ ਲੱਗ ਰਹੀ ਹੈ ਕਿ ਵਾਕਿਆ ਸਾਨੂੰ ਬਾਈਬਲ ਹੀ ਆ ਜੋ ਬਦਲ ਸਕਦੀ ਹੈ। ਆਮੀਨ। ਅਗਲੀ ਸਾਈਡ ਤੇ ਲਿਖਿਆ ਜੇ ਸੇਵਾ ਹੋਵੇ ਤਾਂ ਉਹ ਸੇਵਾ ਵਿੱਚ ਹੀ ਰਹੇ, ਜੇ ਸਿਖਾਉਣ ਵਾਲਾ ਹੋਵੇ ਤਾਂ ਸਿਖਾਉਣ ਵਾਲੇ। ਜੇ ਮੰਨ ਲਓ ਤੁਹਾਨੂੰ ਸਿਖਾਉਣ ਦੀ ਡਿਊਟੀ ਮਿਲੀ ਆ, ਤੁਸੀਂ ਉਪਦੇਸ਼ਕ ਜੇ, ਫਿਰ ਤੁਹਾਡਾ ਕੰਮ ਹੈ ਕਿ ਤੁਸੀਂ ਲੋਕਾਂ ਨੂੰ ਸਿਖਾਓ ਤੇ ਲੋਕ ਜਿਹੜੇ ਸਿੱਖਣ ਵਾਲੇ ਹੋਣ ਤੇ ਪਾਸਟਰ ਸਿਖਾਉਣ ਵਾਲਾ ਹੋਵੇ, ਇਹ ਵੀ ਇੱਕ ਡਿਊਟੀ ਹੈ। ਆਮੀਨ। ਅਗਲੀ ਸਾਈਡ ਤੇ ਲਿਖਿਆ ਜੇ ਉਪਦੇਸ਼ਕ ਹੋਵੇ ਤਾਂ ਉਪਦੇਸ਼ ਕਰਨ ਵਿੱਚ ਜਿਹੜੇ ਦਾਨ ਦੇਣ ਵਾਲੇ ਆ ਉਹ ਖੁੱਲੇ ਦਿਨ ਦੇਵੇ। ਇੱਥੇ ਲਿਖਿਆ ਕਿ ਜਿਹੜਾ ਉਪਦੇਸ਼ਕ ਦਾ ਕੰਮ ਜਾਨੀ ਕਿ ਜਿਹੜਾ ਪ੍ਰੀਚ ਕਰਦਾ ਵਾ ਉਹ ਉਪਦੇਸ਼ਕ ਦੇ ਕੰਮ ਵਿੱਚ ਹੀ ਰਵੇ, ਸਿਖਾਉਣ ਦੇ ਵਿੱਚ। ਬਾਈਬਲ ਜਾਨੀ ਕਿ ਉਹ ਪ੍ਰੀਚ ਕਰਦਾ, ਉਹ ਸਰਮਨ ਟਾਈਮ ਜਾਨੀ ਕਿ ਉਹ ਵਚਨ ਦਿੰਦਾ ਵਾ, ਉਹ ਵਚਨ ਦੇ ਵਿੱਚ ਹੀ ਆਪਣਾ ਧਿਆਨ ਦੇਵੇ, ਵਚਨ ਦੀ ਸਟੱਡੀ ਕਰੇ। ਜਿਹੜਾ ਸਿੰਗਰ ਹੈ ਉਹ ਭਜਨਾਂ ਦੀ ਸਟੱਡੀ ਕਰੇ, ਪ੍ਰਾਰਥਨਾ ਵੀ ਕਰੇ। ਨਹੀਂ ਕਿ ਪ੍ਰਾਰਥਨਾ ਨਹੀਂ, ਪ੍ਰਾਰਥਨਾ ਸਭ ਤੋਂ ਜ਼ਰੂਰੀ ਹੈ ਕਿਉਂਕਿ ਪ੍ਰੇਅਰ ਹੀ ਹੈ ਜਿਹੜੀ ਤੁਹਾਡੇ ਤੇ ਹਰ ਇੱਕ ਭੇਤ ਨੂੰ ਪ੍ਰਗਟ ਕਰੇਗੀ। ਹੋਲੀ ਸਪਿਰਿਟ ਤੁਹਾਨੂੰ ਸਿਖਾਵੇਗਾ। ਜੋ ਅੱਖਾਂ ਦੀ ਰੋਸ਼ਨੀ ਤੋਂ ਪ੍ਰਭੂ ਜੀ ਕਹਿ ਰਹੇ ਕਿ ਪਰੇਸ਼ਾਨ ਨੇ ਉਹਨਾਂ ਦੇ ਵਾਸਤੇ ਆਵਾਜ਼ ਆ ਕਿ ਆਪਣੇ ਘਰਾਂ ਦੇ ਵਿੱਚ ਲਗਾਤਾਰ ਪਵਿੱਤਰ ਬਾਈਬਲ ਪੜ੍ਹ ਕੇ ਆਪਣੇ ਅੱਖਾਂ ਦੀ ਪ੍ਰੋਬਲਮ ਨੂੰ ਡਾਟੋ, ਆਪਣੇ ਚਾਲ ਚੱਲਣ ਵਿੱਚ ਨਵੇਂ ਬਣੋ, ਆਪਣੇ ਗੁੱਸੇ ਤੇ ਕਾਬੂ ਕਰੋ, ਆਪਣੇ ਮੂੰਹ ਦੀਆਂ ਗਲਤ ਗੱਲਾਂ ਤੇ ਕਾਬੂ ਕਰੋ। ਫਿਰ ਪ੍ਰਭੂ ਜੀ ਕਹਿ ਰਹੇ ਕਿ ਤੁਸੀਂ ਹੀਲਿੰਗ ਨੂੰ ਆਪਣੇ ਜੀਵਨ 'ਚ ਦੇਖੋਗੇ। ਤੁਹਾਡਾ ਮਨ ਪ੍ਰਭੂ ਜੀ ਕਹਿ ਰਹੇ ਕਿ ਡਰੇਗਾ, ਤੁਸੀਂ ਗਲਤੀ ਨਹੀਂ ਕਰੋਗੇ। ਜੇ ਤੁਸੀਂ ਗੰਦੀਆਂ ਆਦਤਾਂ ਨੂੰ ਨਹੀਂ ਛੱਡੋਗੇ, ਚਰਚ ਵਿੱਚ ਵੀ ਆਓਗੇ ਤੇ ਪ੍ਰਭੂ ਜੀ ਕਹਿ ਰਹੇ ਕਿ ਤੁਸੀਂ ਆਉਂਦੇ ਰਹੋਗੇ, ਪਰ ਪੂਰੀ ਲਾਈਫ ਦੇ ਵਿੱਚ ਤੁਹਾਡਾ ਕੋਈ ਵੀ ਕੰਮ ਨਹੀਂ ਹੋਏਗਾ। ਤੁਸੀਂ ਪੂਰੀ ਲਾਈਫ ਸੰਘਰਸ਼ ਕਰੋਗੇ ਪਾਪ ਦੇ ਨਾਲ, ਤੇ ਪਾਪ ਹੀ ਜਿਹੜਾ ਤੁਹਾਨੂੰ ਅੱਗੇ ਵਧਣ ਤੋਂ ਰੋਕ ਰਿਹਾ। ਪਾਪ ਦੀ ਮਜ਼ਦੂਰੀ ਪ੍ਰਭੂ ਜੀ ਕਹਿ ਰਹੇ ਕਿ ਮੌਤ ਆ, ਤੇ ਪਰ ਪ੍ਰਭੂ ਜੀ ਕਹਿ ਰਹੇ ਕਿ ਮੇਰਾ ਦਾਸ ਕਿਸੇ ਦੇ ਨਾਲ ਗਲਤ ਨਹੀਂ ਬੋਲਦਾ। ਜੋ ਪਵਿੱਤਰ ਬਾਈਬਲ ਸ਼ਬਦ ਪ੍ਰਭੂ ਜੀ ਕਹਿ ਰਹੇ ਕਿ ਉਹ ਬਿਆਨ ਕਰਦਾ ਕਿ ਜੋ ਲੋਕਾਂ ਨੂੰ ਸੁਣ ਕੇ ਗੁੱਸਾ ਵੀ ਲੱਗਦਾ ਕਿ ਅਸੀਂ ਇਹ ਕੰਮ ਕਰਦੇ ਹਾਂ। ਪ੍ਰਭੂ ਜੀ ਕਹਿ ਰਹੇ ਕਿ ਜੇ ਤੁਹਾਨੂੰ ਗੁੱਸਾ ਲੱਗਦਾ ਤਾਂ ਤੁਸੀਂ ਆਪਣੇ ਅੰਦਰ ਤੋਂ ਉਹਨਾਂ ਚੀਜ਼ਾਂ ਨੂੰ ਬਦਲੋ। ਇਹ ਗੁੱਸੇ ਦਾ ਸਮਾਂ ਨਹੀਂ, ਪ੍ਰਭੂ ਜੀ ਕਹਿ ਰਹੇ ਕਿ ਉਹ ਸਮਾਂ ਵਾ ਕਿ ਜੋ ਤੁਹਾਨੂੰ ਲੌਂਗ ਟਾਈਮ ਲੌਂਗ ਲਾਈਫ ਮਿਲ ਸਕਦੀ ਹੈ। ਇਸੇ ਮੂੰਹ ਨਾਲ ਪ੍ਰਭੂ ਜੀ ਕਹਿ ਰਹੇ ਕਿ ਤੁਸੀਂ ਆਪਣੀ ਬਰਬਾਦੀ ਨੂੰ ਦੇਖੋਗੇ, ਇਸੇ ਮੂੰਹ ਨਾਲ ਤੁਸੀਂ ਆਪਣੀ ਬਹਾਲੀ ਨੂੰ ਦੇਖੋਗੇ। ਇਹ ਪ੍ਰਭੂ ਜੀ ਕਹਿ ਰਹੇ ਕਿ ਡਿਪੈਂਡ ਤੁਹਾਡੇ ਤੇ ਹੈ। ਔਰ ਬਾਈਬਲ 'ਚ ਲਿਖਿਆ ਸੋਨੇ ਵਾਲੇ ਜਾਗ ਤੇ ਮੁਰਦਿਆਂ ਵਿੱਚੋਂ ਜੀ ਉੱਠ, ਪ੍ਰਭੂ ਦਾ ਆਤਮਾ ਤੇਰੇ ਤੇ ਚਮਕੇਗਾ। ਪ੍ਰਭੂ ਜੀ ਕਹਿ ਰਹੇ ਕਿ ਮੁਰਦੇ ਕੌਣ ਆ? ਜਿਹੜੇ ਲੋਕ ਬਾਈਬਲ ਨਹੀਂ ਪੜ੍ਹਦੇ, ਜਿਹੜੇ ਪ੍ਰਾਰਥਨਾ ਨਹੀਂ ਕਰਦੇ, ਜਿਹੜੇ ਗੁੱਸਾ ਜਿਹਨਾਂ ਨੂੰ ਬਹੁਤ ਜ਼ਿਆਦਾ ਚੜ੍ਹਦਾ, ਉਹ ਮੁਰਦੇ ਨੇ। ਉਹਨਾਂ ਨੇ ਮੇਰੇ ਬੱਚੇ ਨੂੰ ਰੱਦ ਕੀਤਾ ਔਰ ਮੇਰੇ ਦਾਸਾਂ ਨੂੰ ਗਲਤ ਬੋਲਿਆ, ਔਰ ਮੇਰੇ ਦਾਸਾਂ ਨੂੰ ਪ੍ਰਭੂ ਕਹਿ ਰਹੇ ਕਿ ਉਹਨਾਂ ਗਲਤ ਨਹੀਂ ਬੋਲਿਆ, ਉਹਨਾਂ ਮੇਰੇ ਨਾਲ ਹੀ ਗਲਤ ਬੋਲਿਆ। ਪ੍ਰਭੂ ਕਹਿ ਰਹੇ ਕਿ ਮੇਰਾ ਦਾਸ ਪ੍ਰੋਫਿਟ ਆ, ਐਵੈਂਜਲਿਸਟ ਆ, ਪ੍ਰੇਰਿਤ ਆ, ਅਪੋਸਟਲ ਆ, ਹਰ ਇੱਕ ਬਲੇਸਿੰਗ ਪ੍ਰਭੂ ਜੀ ਕਹਿ ਰਹੇ ਕਿ ਮੈਂ ਆਪਣੇ ਦਾਸ ਨੂੰ ਦਿੱਤੀ ਹੈ। ਕਿਉਂ ਮੇਰੇ ਤੋਂ ਬਿਨਾਂ ਕਿਸੇ ਦੇ ਨਾਲ ਵੀ ਪਿਆਰ ਨਹੀਂ ਕਰਦਾ। ਔਰ ਪ੍ਰਭੂ ਜੀ ਕਹਿ ਰਹੇ ਕਿ ਜੋ ਤੁਸੀਂ ਪਵਿੱਤਰ ਸ਼ਾਸਤਰ ਦੀ ਮਾਧਿਅਮ ਦੇ ਨਾਲ ਅੱਜ ਇਸ ਜਗ੍ਹਾ ਦੇ ਬੱਚੇ ਨੂੰ ਸੁਣ ਰਹੇ ਨੇ, ਇਹ ਉਹ ਪ੍ਰਭੂ ਜੀ ਕਹਿ ਰਹੇ ਕਿ ਪਲੈਨਿੰਗ ਹੈ ਜਿਹੜੀ ਪਵਿੱਤਰ ਆਤਮਾ ਦੇ ਦੁਆਰਾ ਹੀ ਹੋ ਰਹੀ ਹੈ। ਹਰ ਇੱਕ ਹਥਿਆਰ ਪ੍ਰਭੂ ਜੀ ਕਹਿ ਰਹੇ ਕਿ ਜਿਹੜਾ ਤੁਹਾਡੀ ਹਾਨੀ ਨਹੀਂ ਬਣਾਇਆ ਜਾਏਗਾ, ਨਾਕਾਮ ਹੋਏਗਾ। ਆਮੀਨ। ਇੱਕ ਆਵਾਜ਼ ਪ੍ਰਭੂ ਜੀ ਕਹਿ ਰਹੇ ਕਿ ਜਦ ਤੁਸੀਂ ਬਾਈਬਲ ਦੀ ਸੁਣ ਕੇ ਚੱਲੋਗੇ ਤੇ ਪ੍ਰਭੂ ਜੀ ਕਹਿ ਰਹੇ ਕਿ ਤੁਹਾਡੇ ਰਸਤੇ ਵਿੱਚ ਜਿੰਨੀਆਂ ਵੀ ਤਬਾਹੀਆਂ ਵਾ ਉਹ ਸਭ ਨਾਸ਼ ਹੋ ਰਹੀਆਂ ਵਾ। ਆਮੀਨ। ਨਾਸ਼ ਹੋਣ ਤੋਂ ਪਹਿਲਾਂ ਪ੍ਰਭੂ ਜੀ ਕਹਿ ਰਹੇ ਕਿ ਇਨਸਾਨ ਦੇ ਜੀਵਨ 'ਚ ਘਮੰਡ ਆਉਂਦਾ। ਜਿੰਨੇ ਲੋਕ ਪ੍ਰਭੂ ਜੀ ਕਹਿ ਰਹੇ ਕਿ ਆਪਣੀ ਜਾਇਦਾਦ ਤੇ ਮਾਣ ਕਰਦੇ ਆ, ਆਪਣੇ ਸੋਹਣੇਪਨ ਤੇ ਮਾਣ ਕਰਦੇ ਆ, ਆਪਣੇ ਗੱਡੀਆਂ ਤੇ ਮਾਣ ਕਰਦੇ ਆ, ਪ੍ਰਭੂ ਜੀ ਕਹਿ ਰਹੇ ਕਿ ਇਹ ਸਭ ਸੰਸਾਰਿਕ ਚੀਜ਼ਾਂ ਵਾ ਜਿਹੜੀਆਂ ਸੰਸਾਰ ਤੇ ਛੱਡ ਕੇ ਜਾ ਰਹੀਆਂ। ਮੇਨ ਪ੍ਰਭੂ ਜੀ ਕਹਿ ਰਹੇ ਕਿ ਤੁਹਾਡੇ ਅੰਦਰ ਪਵਿੱਤਰ ਵਚਨ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ, ਜੋ ਤੁਹਾਨੂੰ ਊਚ ਔਰ ਨੀਚ ਦੇ ਬਾਰੇ ਸਿਖਾਵੇਗਾ ਕਿ ਅਸੀਂ ਕਿਸੇ ਤੋਂ ਨਫ਼ਰਤ ਨਹੀਂ ਕਰਨੀ, ਅਸੀਂ ਕਿਸੇ ਦੇ ਖਿਲਾਫ ਨਹੀਂ ਬੋਲਣਾ, ਅਸੀਂ ਕਿਸੇ ਦੇ ਘਰ ਵਾਲੇ ਵੇਖ ਕੇ ਗਲਤ ਸ਼ਬਦ ਨਹੀਂ ਬੋਲਣੇ, ਅਸੀਂ ਕਿਸੇ ਦੇ ਵੱਲ ਵੇਖ ਕੇ ਗਲਤ ਕੰਮ ਨਹੀਂ ਕਰਨਾ, ਅਸੀਂ ਕਿਸੇ ਨੂੰ ਵੀ ਗੰਦੀ ਨਿਗਾਹ ਦੇ ਨਾਲ ਨਹੀਂ ਵੇਖਣਾ। ਇਹ ਬਾਈਬਲ ਹੀ ਆ ਜੋ ਤੁਹਾਨੂੰ ਸਾਰਾ ਕੁਝ ਦਿਖਾ ਸਕਦੀ। ਇਹ ਪ੍ਰਭੂ ਜੀ ਕਹਿ ਰਹੇ ਕਿ ਭੀੜਾ ਰਸਤਾ ਕਿਉਂ ਕਿਹਾ ਗਿਆ ਕਿ ਇਸ ਦੇ ਵਿੱਚ ਆਣ ਕੇ ਤੁਹਾਨੂੰ ਹਰ ਇੱਕ ਗੱਲ
ਕੰਮ ਛੱਡਣਾ ਪੈਣਾ, ਗੰਦ ਛੱਡਣਾ ਪੈਣਾ, ਗੰਦੇ ਮਜ਼ਾਕ ਛੱਡਣੇ ਪੈਣੇ, ਗੰਦੀਆਂ ਮੂਵੀਆਂ ਛੱਡਣੀਆਂ ਪੈਣੀਆਂ, ਗੰਦੇ ਵਹਿਮ ਜਿਹੜੇ ਤੁਹਾਡੇ ਮਨ 'ਚ ਸ਼ੈਤਾਨ ਪਾਉਂਦਾ ਕਿ ਤੂੰ ਉਹਦੇ ਨਾਲ ਗਲਤ ਹੋ ਜਾ, ਇਹਨੂੰ ਮਾੜਾ ਕਹਿ ਦੇ, ਇਹਨੂੰ ਬੁਰਾ ਬੋਲ ਦੇ, ਇਹ ਸਭ ਕੁਝ ਪ੍ਰਭੂ ਜੀ ਕਰਕੇ ਬਾਈਬਲ ਦੁਆਰਾ ਹੀ ਸਿੱਧ ਹੋਏਗਾ। ਲਗਾਤਾਰ ਪ੍ਰਭੂ ਜੀ ਕਰਕੇ ਪ੍ਰਾਰਥਨਾ ਕਰਨੀ ਸਭ ਦੇ ਵੱਸ ਦੀ ਗੱਲ ਨਹੀਂ ਆ, ਇਹ ਪਵਿੱਤਰ ਆਤਮਾ ਦੀ ਹਜ਼ੂਰੀ ਦੇ ਨਾਲ ਹੀ ਸਭ ਕੁਝ ਹੋ ਰਿਹਾ। ਆਮੀਨ। ਅੱਖਾਂ ਦੀ ਸ਼ਰਾਰਤ ਪ੍ਰਭੂ ਜੀ ਕਰਕੇ ਬੇਹੱਦ ਲੋਕ ਕਰਦੇ ਆ, ਆਪਣੀ ਅੱਖਾਂ ਦੇ ਨਾਲ ਗਲਤ ਵੇਖਦੇ ਆ, ਮਨ ਦੇ ਨਾਲ ਮਾੜਾ ਸੋਚਦੇ। ਪ੍ਰਭੂ ਜੀ ਕਰਕੇ ਅੱਖਾਂ ਔਰ ਮਨ ਦੀ ਜਿਹੜੀ ਗੰਦਗੀ ਸਭ ਤੋਂ ਵੱਧ ਇਹਨੂੰ ਡਾਟੋ ਆਪਣੇ ਜੀਵਨ ਚੋਂ, ਕਿ ਸਾਡੇ ਜੀਵਨ ਚ ਪਰਮੇਸ਼ਵਰ ਤੁਹਾਡੀ ਮਰਜ਼ੀ ਪੂਰੀ ਹੋਵੇ। ਭਜਨ ਸੰਹਿਤਾ 119 ਜਦੋਂ ਤੁਸੀਂ 11 ਨੰਬਰ ਪੰਕਤੀ ਨੂੰ ਪੜੋਗੇ, ਬਾਈਬਲ ਦੇ ਵਿੱਚ ਲਿਖਿਆ, ਸੰਤ ਦਾਊਦ ਕੀ ਲਿਖਦਾ ਕਿ ਪਰਮੇਸ਼ਵਰ ਮੈਂ ਤੇਰੇ ਵਚਨ ਨੂੰ ਆਪਣੇ ਹਿਰਦੇ ਵਿੱਚ ਰੱਖਿਆ ਜੋ ਮੈਂ ਤੇਰਾ ਪਾਪ ਨਾ ਕਰਾਂ। ਮੇਰੇ ਜੀ ਸਾਥੀ, ਜੇ ਤੁਹਾਡੇ ਅੰਦਰ ਖੁਦਾ ਦੀ ਬਾਣੀ ਹੋਏਗੀ ਉਹ ਤੁਹਾਨੂੰ ਪਾਪ ਕਰਨ ਤੋਂ ਰੋਕੇਗੀ। ਤੇ ਜੇ ਤੁਹਾਡੇ ਅੰਦਰ, ਜੇ ਤੁਸੀਂ ਪ੍ਰੈਕਟੀਕਲ ਵਰਡ ਚਾਹੁੰਦੇ ਨੇ ਕਿ ਸਾਡੇ ਵਾਸਤੇ ਸੰਤ ਬੋਲਣ, ਸਾਡੇ ਘਰ ਵਾਸਤੇ ਬੋਲਣ, ਸਾਡੇ ਘਰਾਂ ਦੀਆਂ ਚੀਜ਼ਾਂ ਦੱਸਣ, ਪ੍ਰਭੂ ਜੀ ਕਰਕੇ ਇਹ ਉਹ ਚੀਜ਼ਾਂ ਵਾ ਜਿਹੜੀਆਂ ਸਭ ਲੋਕ ਦੱਸ ਰਹੇ ਨੇ, ਪਰ ਸਭ ਤੋਂ ਜ਼ਰੂਰੀ ਕੀ ਆ? ਪਵਿੱਤਰ ਬਾਈਬਲ ਪ੍ਰਭੂ ਜੀ ਕਰਕੇ ਤੁਹਾਨੂੰ ਜਾਣਨ ਦੀ ਲੋੜ ਆ। ਕਿ ਜੇ ਤੁਸੀਂ ਪਵਿੱਤਰ ਬਾਈਬਲ ਨੂੰ ਜਾਣ ਗਏ ਤੇ ਫਿਰ ਪ੍ਰਭੂ ਜੀ ਕਰਕੇ ਨਾ ਤੁਹਾਨੂੰ ਕਹਿਣ ਦੀ ਲੋੜ ਆ, ਨਾ ਸੰਤਾਂ ਨੂੰ ਬੋਲਣ ਦੀ ਲੋੜ ਆ। ਫਿਰ ਤੁਹਾਡੇ ਮੰਗਣ ਤੋਂ ਬਿਨਾਂ ਹੀ ਪ੍ਰਭੂ ਜੀ ਕਰਕੇ ਉਹ ਕੰਮ ਤੁਸੀਂ ਆਪਣੀ ਲਾਈਫ ਵਿੱਚ ਵੇਖੋਗੇ ਜੋ ਤੁਸੀਂ ਨਾ ਸੋਚ ਸਕਦੇ ਸੀ, ਨਾ ਹੀ ਸਮਝ ਸਕਦੇ ਸੀ, ਤੇ ਨਾ ਹੀ ਸੋਚਦੇ ਨੂੰ ਹੋ ਸਕਦਾ ਸੀ। ਆਮੀਨ। ਬੇਹੱਦ ਪ੍ਰਭੂ ਜੀ ਕਹਿ ਰਹੇ ਕਿ ਅਨੌਇੰਟਿੰਗ ਵਾਲੇ ਦਾਸ ਨੇ, ਪਰ ਪ੍ਰਭੂ ਜੀ ਕਹਿ ਰਹੇ ਕਿ ਮੇਰਾ ਦਾਸ ਜਦ ਉਹਨਾਂ ਨੂੰ ਦੇਖਦਾ ਉਹ ਆਪਣੇ ਮਨ ਵਿੱਚ ਸੋਚਦਾ ਕਿ ਪ੍ਰਭੂ ਇਹ ਤੇਰੇ ਬਚਨ ਦੇ ਬਾਰੇ ਕਿਉਂ ਨਹੀਂ ਜ਼ਿਆਦਾ ਲੋਕਾਂ ਨੂੰ ਦੱਸਦੇ। ਬੇਹੱਦ ਵੱਡੀਆਂ ਮਿਨਿਸਟਰੀਆਂ ਪ੍ਰਭੂ ਜੀ ਕਹਿ ਰਹੇ ਕਿ ਹੈ ਦਿਖ ਰਹੀਆਂ, ਪਰ ਉਹਨਾਂ ਦੇ ਜੀਵਨ 'ਚ ਪ੍ਰਭੂ ਜੀ ਕਹਿ ਰਹੇ ਕਿ ਸਭ ਤੋਂ ਵੱਧ ਪਵਿੱਤਰ ਬਾਈਬਲ ਦੀ ਕਮੀ ਹੈ। ਉਹ ਪਵਿੱਤਰ ਬਾਈਬਲ ਦੇ ਬਾਰੇ ਕੁਝ ਨਹੀਂ ਜਾਣਦੇ, ਸਿਰਫ ਉਹਨਾਂ ਨੂੰ ਖਾਣ ਔਰ ਪੀਣ ਦੀ ਹੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਕੋਈ ਘਰਾਂ ਦੇ ਵਿੱਚ ਬਾਈਬਲ ਨਹੀਂ ਪੜ੍ਹਦਾ, ਕੋਈ ਪ੍ਰਾਰਥਨਾ ਨਹੀਂ ਕਰਦਾ, ਕੋਈ ਸ਼ਾਮ ਔਰ ਰਾਤ ਦੀ ਪ੍ਰੇਅਰ ਨਹੀਂ ਕਰਦਾ। ਕੋ ਪ੍ਰਭੂ ਜੀ ਕਹਿ ਰਹੇ ਕਿ ਉਹ ਲੋਕ ਹੀ ਦੱਸ ਸਕਦੇ ਆ ਜਿਹੜੇ ਆਪ ਇਹ ਕੰਮ ਕਰਦੇ ਆ। ਆਮੀਨ। ਰਾਤ ਦੀ ਪ੍ਰੇਅਰ ਪ੍ਰਭੂ ਜੀ ਕਹਿ ਰਹੇ ਕਿ ਲਗਾਤਾਰ ਜਿਹੜੇ ਲੋਕ 12 ਤੋਂ 2 ਦੀ ਕਰਨਗੇ, ਉਹਨਾਂ ਦੇ ਘਰ ਬਣਨਗੇ, ਬੱਚੇ ਮਿਲਣਗੇ, ਉਹਨਾਂ ਦੇ ਘਰਾਂ ਦੇ ਵਿੱਚ ਪ੍ਰਭੂ ਜੀ ਕਹਿ ਰਹੇ ਕਿ ਇੱਕ ਤੋਂ ਇੱਕ ਬਰਕਤ ਆਏਗੀ। ਸਭ ਤੋਂ ਵੱਧ ਪ੍ਰਭੂ ਜੀ ਕਹਿ ਰਹੇ ਕਿ ਜਿਹੜੇ ਲੋਕ ਵਚਨ ਤੇ ਵਿਸ਼ਵਾਸ ਕਰਦੇ ਆ ਤੇ ਵਚਨਾਂ ਤੇ ਚੱਲਣ ਵਾਲਾ ਜੀਵਨ ਮੰਗਦੇ ਆ, ਤੇ ਪ੍ਰਭੂ ਜੀ ਕਹਿ ਰਹੇ ਕਿ ਤੁਸੀਂ ਦੇਖੋ ਤੁਹਾਡੇ ਘਰ ਵਿੱਚ ਉਹ ਚੀਜ਼ਾਂ ਹੋ ਰਹੀਆਂ ਜਿਹੜੀਆਂ ਤੁਹਾਨੂੰ ਦਿਖ ਨਹੀਂ ਰਹੀਆਂ। ਜਦੋਂ ਤੁਸੀਂ ਬਾਈਬਲ ਤੇ ਪ੍ਰਾਰਥਨਾ ਕਰੋਗੇ ਤੁਹਾਨੂੰ ਪਤਾ ਲੱਗੇਗਾ ਕਿ ਮੇਰਾ ਪਤੀ ਮੇਰੇ ਨਾਲ ਨਾਰਾਜ਼ ਰਹਿੰਦਾ ਸੀ, ਪਰ ਹੁਣ ਉਹਨੇ ਮੇਰੇ ਨਾਲ ਨਾਰਾਜ਼ ਹੋਣਾ ਬੰਦ ਕਰ ਦਿੱਤਾ। ਮੇਰੇ ਬੱਚੇ ਮੇਰੇ ਉੱਪਰ ਸ਼ੱਕ ਕਰਦੇ ਸੀ ਜਾਂ ਮੈਨੂੰ ਬੁਰਾ ਬੋਲਦੇ ਸੀ, ਉਹਨਾਂ ਮੇਰੇ ਤੇ ਸ਼ੱਕ ਕਰਨਾ ਬੰਦ ਕਰਤਾ। ਮੇਰਾ ਪਰਿਵਾਰ ਮੇਰੇ ਨਾਲ ਪਿਆਰ ਨਹੀਂ ਸੀ ਕਰਦਾ, ਪਰ ਹੁਣ ਮੇਰੇ ਨਾਲ ਪਿਆਰ ਕਰਦਾ। ਇਹ ਮੇਰੇ ਜੀ ਸਾਥੀਓ ਪਵਿੱਤਰ ਬਾਈਬਲ ਦੀ ਹੀ ਪਲੈਨਿੰਗ ਆ ਜੋ ਤੁਹਾਡੇ ਘਰਾਂ ਵਿੱਚ ਹੋ ਰਹੀ ਆ। ਔਰ ਇੱਕ ਇੱਕ ਪਲੈਨਿੰਗ ਸਮਝਣ ਵਾਸਤੇ ਪ੍ਰਭੂ ਜੀ ਕਹਿ ਰਹੇ ਕਿ ਤੁਸੀਂ ਮੇਰੇ ਨਾਲ ਸਮਾਂ ਸਪੈਂਡ ਕਰੋ, ਮੇਰੇ ਨਾਲ ਗੱਲ ਕਰੋ, ਮੇਰੀ ਆਗਿਆਕਾਰੀ ਕਰੋ। ਪ੍ਰਭੂ ਜੀ ਕਹਿ ਰਹੇ ਕਿ ਤੁਸੀਂ ਸੁਰੱਖਿਆ ਦਾ ਵਾਦਾ ਔਰ ਮੁਕਤੀ ਦਾ ਵਾਦਾ, ਰਹਿਮ ਦਾ ਨੇਮ ਔਰ ਸ਼ਾਂਤੀ ਦਾ ਨੇਮ ਨਹੀਂ ਮੰਗਦੇ, ਨਾ ਤੁਹਾਨੂੰ ਪਤਾ ਹੀ ਹੈ। ਪ੍ਰਭੂ ਜੀ ਕਹਿ ਰਹੇ ਕਿ ਜਦ ਤੁਸੀਂ ਬਾਈਬਲ ਪੜ੍ਹ ਕੇ ਨਾ ਚੀਜ਼ਾਂ ਨੂੰ ਮੰਗੋਗੇ, ਤੁਹਾਡੇ ਘਰ ਦੇ ਵਿੱਚ ਇੱਕਦਮ ਬਦਲਾਅ ਆਏਗਾ। ਸਪਿਰਚੁਅਲ ਲੋਕ ਪ੍ਰਭੂ ਜੀ ਕਹਿ ਰਹੇ ਕਿ ਮੈਨੂੰ ਦੇਖ ਰਹੇ ਨੇ ਕਿ ਜਿਹੜੇ ਲੋਕ ਪਵਿੱਤਰ ਬਣ ਰਹੇ ਨੇ, ਪਵਿੱਤਰ ਵਚਨ ਉਹਨਾਂ ਦੇ ਜੀਵਨ ਚ ਆ ਰਿਹਾ ਔਰ ਪਵਿੱਤਰਤਾ ਹੀ ਉਹ ਮੰਗ ਰਹੇ ਨੇ। ਔਰ ਪ੍ਰਭੂ ਜੀ ਕਹਿ ਰਹੇ ਕਿ ਮਨ ਦੀ ਸ਼ਾਂਤੀ ਦੇ ਵਾਸਤੇ ਪ੍ਰਾਰਥਨਾ ਕਰੋ। ਚੈਪਟਰ ਨੰਬਰ ਯਹੂਨਾ 14:27 ਕਿ ਮੈਂ ਤੁਹਾਨੂੰ ਆਪਣੀ ਸ਼ਾਂਤੀ ਦੇਵਾਂਗਾ। ਪ੍ਰਭੂ ਦੀਆਂ ਯੋਜਨਾਵਾਂ ਨੂੰ ਸਮਝੋ ਆਪਣੇ ਜੀਵਨਾਂ ਵਿੱਚ। ਪ੍ਰਭੂ ਜੀ ਕਹਿ ਰਹੇ ਕਿ ਮੈਂ ਤੁਹਾਡੇ ਨਾਲ ਪਿਆਰ ਕਰਦਾ, ਮੈਂ ਨਹੀਂ ਚਾਹੁੰਦਾ ਕਿਸੇ ਦਾ ਨੁਕਸਾਨ ਹੋਵੇ। ਮੈਂ ਕਹਿੰਦਾ ਕਿ ਇਨਸਾਨ ਬੁਰਾਈ ਨੂੰ ਛੱਡ ਦੇ ਔਰ ਨੇਕੀ ਕਰੇ। ਆਮੀਨ। ਈਰਖਾ ਕਰਨ ਵਾਲੇ ਲੋਕ ਪ੍ਰਭੂ ਜੀ ਕਹਿ ਰਹੇ ਕਿ ਮੈਂ ਬਦਲਦੇ ਦੇਖ ਰਿਹਾ ਕਿ ਉਹ ਈਰਖਾ ਕਰਦੇ ਸੀ, ਉਹ ਮਾਫ ਨਹੀਂ ਸੀ ਕਰਦੇ। ਉਹਨਾਂ ਨੇ ਸੰਡੇ ਦਾ ਵਚਨ ਸੁਣਿਆ ਕਿ ਵਾਕਿਆ ਸਹੀ ਗੱਲ ਹੈ, ਜੇ ਮੈਂ ਮਾਫ ਨਹੀਂ ਕਰਾਂਗਾ ਤਾਂ ਖੁਦਾ ਮੈਨੂੰ ਵੀ ਮਾਫ ਨਹੀਂ ਕਰੇਗਾ। ਰੋਜ਼ ਪ੍ਰਭੂ ਜੀ ਕਹਿ ਰਹੇ ਕਿ ਰੋਜ਼ ਪ੍ਰਾਰਥਨਾ ਕਰੋ, ਰੋਜ਼ ਬਾਈਬਲ ਪੜ੍ਹੋ, ਰੋਜ਼ ਹੀ ਹਰ ਕੰਮ ਕਰੋ। ਜਿਹੜੇ ਲੋਕ ਰੋਜ਼ ਦੀ ਰੋਟੀ ਖਾਂਦੇ ਆ ਉਹਨਾਂ ਦੇ ਵਾਸਤੇ ਪ੍ਰਭੂ ਜੀ ਕਹਿ ਰਹੇ ਕਿ ਤਰੱਕੀ ਬੇਹੱਦ ਵੱਧ ਰਹੀ ਆ। ਆਮੀਨ। ਪ੍ਰਭੂ ਕਹਿ ਰਹੇ ਕਿ ਮੇਰਾ ਦਾਸ ਲਗਾਤਾਰ ਪ੍ਰਾਰਥਨਾ ਔਰ ਬਾਈਬਲ ਦੇ ਨਾਲ ਪਿਆਰ ਕਰਦਾ। ਔਰ ਪ੍ਰਭੂ ਜੀ ਕਹਿ ਰਹੇ ਕਿ ਦੂਸਰੇ ਲੋਕਾਂ ਦੇ ਜੀਵਨ 'ਚ ਬਦਲਾਅ ਦੇਖ ਰਿਹਾ ਕਿ ਮੇਰੇ ਦੁਆਰਾ ਦੂਸਰੇ ਲੋਕ ਬਦਲ ਰਹੇ ਨੇ। ਮੇਰੇ ਪਰਮੇਸ਼ਵਰ ਔਰ ਪਰਮੇਸ਼ਵਰ ਹੀ ਆ ਪ੍ਰਭੂ ਜੀ ਕਹਿ ਰਹੇ ਕਿ ਜਿਹੜੇ ਲੋਕ ਦੂਸਰੇ ਲੋਕਾਂ ਨੂੰ ਬਦਲ ਸਕਦੇ ਆ। ਪ੍ਰਭੂ ਕਹਿ ਰਹੇ ਕਿ ਹੱਥ ਰੱਖ ਕੇ ਪ੍ਰਾਰਥਨਾ ਕਰਨੀ। ਪਵਿੱਤਰ ਬਾਈਬਲ ਦੇ ਵਿੱਚ ਲਿਖਿਆ, ਹਰਬਾਲ
ਰੱਖ ਕੇ ਪ੍ਰਾਰਥਨਾ ਕਰਨੀ। ਬਾਈਬਲ ਦੇ ਵਿੱਚ ਲਿਖਿਆ ਕਿਸੇ ਵੀ ਕੰਮ ਨੂੰ ਕਰਨਾ, ਪ੍ਰਭੂ ਜੀ ਕਰਕੇ ਸਭ ਤੋਂ ਪਹਿਲਾਂ ਮੇਰੀ ਲਿਖਤ ਨੂੰ ਖੋਲ ਕੇ ਵੇਖੋ ਲਿਖਿਆ ਹੈ। ਜੇ ਤੇ ਲਿਖਤ ਹੈ ਤੇ ਪ੍ਰਭੂ ਜੀ ਕਰਕੇ ਫਿਰ ਕੰਮ ਹੋਏਗਾ, ਤੇ ਜੇ ਤੁਸੀਂ ਲਿਖਤ ਤੋਂ ਬਿਨਾਂ ਚੱਲ ਰਹੇ ਜੇ ਫਿਰ ਕੋਈ ਨਹੀਂ ਹੋਏਗਾ। ਅੱਜ ਦੀ ਟੀਚਿੰਗ ਦੇ ਵਿੱਚ ਪ੍ਰਭੂ ਜੀ ਕਰਕੇ ਸਭ ਤੋਂ ਵੱਧ ਕਿਹੜੀ ਚੀਜ਼ ਨੂੰ ਫੋਕਸ ਦਿੱਤਾ ਗਿਆ? ਪਵਿੱਤਰ ਬਾਈਬਲ। ਪਵਿੱਤਰ ਬਾਣੀ ਉਹ ਆ ਜੋ ਤੁਹਾਨੂੰ ਮਨ ਦੀ ਹਿਲੀਮੀ ਦੇਗੀ, ਮਨ ਦੀ ਸ਼ਾਂਤੀ ਦੇਗੀ। ਕਠਿਨ ਤੋਂ ਕਠਿਨ ਸਮਾਂ ਵੀ ਪ੍ਰਭੂ ਜੀ ਕਹਿ ਰਹੇ ਕਿ ਜੇ ਤੁਹਾਡੇ ਜੀਵਨ ਵਿੱਚ ਆਏਗਾ, ਐਸੀਆਂ ਵਿਪਤੀਆਂ ਪ੍ਰਭੂ ਜੀ ਕਹਿ ਰਹੇ ਕਿ ਜਿਹੜੀਆਂ ਤੁਹਾਨੂੰ ਮਨ ਹੀ ਮਨ ਵਿੱਚ ਪਰੇਸ਼ਾਨ ਕਰਦੀਆਂ ਕਿ ਕਰੋਨਾ ਆ ਗਈ ਆ, ਕਰੋਨਾ ਤੋਂ ਬਾਅਦ ਫਿਰ ਬਿਮਾਰੀ ਹੋਣ ਵਾਲੀ ਹੈ, ਫਿਰ ਦੇਹ ਹੋਣ ਵਾਲਾ, ਜੋ ਸੰਤਾਂ ਨੇ ਬੋਲਿਆ ਹੋਣਾ। ਪਰ ਪ੍ਰਭੂ ਜੀ ਕਹਿ ਰਹੇ ਕਿ ਸੰਤ ਬੋਲਦੇ ਆ ਕਿ ਤੁਸੀਂ ਚੌਕਸ ਹੋ ਜਾਓ, ਰਾਤ ਦੀ ਪ੍ਰਾਰਥਨਾ ਸ਼ੁਰੂ ਕਰੋ। ਮਨ ਵਿੱਚ ਪ੍ਰਭੂ ਜੀ ਕਹਿ ਰਹੇ ਕਿ ਜੋ ਤੁਸੀਂ ਲੰਬੇ ਸਮੇਂ ਤੋਂ ਸੋਚ ਰਹੇ ਕਿ ਹੋਏ ਤੇ ਨਹੀਂ ਹੋ ਰਿਹਾ, ਉਹਦਾ ਰੀਜ਼ਨ ਪ੍ਰਭੂ ਜੀ ਕੀ ਕਹਿ ਰਹੇ ਕੀ ਆ ਕਿ ਤੁਸੀਂ ਬਾਈਬਲ ਨੂੰ ਧਿਆਨ ਦੇ ਕੇ ਨਹੀਂ ਪੜ੍ਹਿਆ। ਜੇ ਪੜ੍ਹਿਆ ਤਾਂ ਉਹਨੂੰ ਨਹੀਂ ਸਮਝਿਆ। ਪ੍ਰਭੂ ਜੀ ਕਹਿ ਰਹੇ ਕਿ ਹਰ ਇੱਕ ਭੇਦ ਪਵਿੱਤਰ ਬਾਈਬਲ 'ਚ ਆ। ਮੈਨੂੰ ਖੁਦਾ ਦਾ ਆਤਮਾ ਦੱਸ ਰਿਹਾ ਕਿ ਸਦੂਮ ਤੇ ਮੋਰਾ, ਜਦ ਤੁਸੀਂ ਖੁਦਾ ਦਾ ਵਚਨ ਉਤਪਤ 19 ਦੇ ਪੜ੍ਹਦੇ ਜੇ ਕਿ ਸਦੂਮ ਤੇ ਮੋਰਾ ਦੇ ਵਿੱਚ ਬੇਹੱਦ ਪਾਪ ਸੀ, ਬੇਹੱਦ ਗੰਦੇ ਲੋਕ ਜਿਹੜੇ ਉਹ ਜਗ੍ਹਾ ਤੇ ਰਹਿੰਦੇ ਸੀ। ਔਰ ਪ੍ਰਭੂ ਜੀ ਕਹਿ ਰਹੇ ਕਿ ਲੂਤ ਉਹਨਾਂ ਲੋਕਾਂ ਵਿੱਚ ਰਹਿ ਕੇ ਜਿੱਤ ਹੁੰਦਾ ਸੀ। ਪਰ ਅੱਜ ਤੁਸੀਂ ਭਾਵੇਂ ਜਿਸ ਤਰ੍ਹਾਂ ਦੇ ਮਰਜ਼ੀ ਲੋਕਾਂ 'ਚ ਰਹਿ ਰਹੇ ਜੇ, ਪਰ ਤੁਹਾਡੇ ਜੀਵਨ 'ਚ ਪਰਮੇਸ਼ਵਰ ਦਾ ਡਰ ਆ ਕਿ ਜੋ ਲੋਕ ਉਹ ਕਰਦੇ ਹੋ ਮੈਂ ਨਹੀਂ ਕਰਾਂਗਾ, ਮੈਂ ਉਹਦੀ ਰੀਸ ਨਹੀਂ ਕਰਾਂਗਾ। ਮੈਂ ਉਹਨੂੰ ਬੋਲਾਂਗਾ ਕਿ ਤੂੰ ਇਸ ਕੰਮ ਨੂੰ ਛੱਡ ਦੇ। ਤੇ ਪ੍ਰਭੂ ਜੀ ਕਹਿ ਰਹੇ ਕਿ ਤੁਹਾਡੇ ਆਸ ਤੇ ਪੜੋਸ ਜਿੰਨੇ ਲੋਕ ਗਲਤ ਕੰਮ ਕਰਦੇ ਆ, ਉਹਨਾਂ ਨੂੰ ਪ੍ਰੇਰ ਵਿੱਚ ਛੂਹੋ, ਉਹਨਾਂ ਦੇ ਵਾਸਤੇ ਪ੍ਰਾਰਥਨਾ ਕਰੋ। ਇੱਕ ਦਿਨ ਤੁਸੀਂ ਉਹਨਾਂ ਨੂੰ ਬਦਲਦੇ ਦੇਖੋਗੇ। ਤੁਹਾਡੇ ਦੁਆਰਾ ਪ੍ਰਭੂ ਜੀ ਕਹਿ ਰਹੇ ਕਿ ਉਹ ਵੀ ਬਚ ਰਹੇ ਨੇ। ਜੇ ਤੁਸੀਂ ਆਪਣੇ ਘਰ ਦੇ ਲਾਗੇ ਲੜਾਈ ਝਗੜਾ ਦੇਖਦੇ, ਜੇ ਤੁਸੀਂ ਆਪਣੇ ਘਰ ਦੇ ਲਾਗੇ ਉਹ ਚੀਜ਼ਾਂ ਨੂੰ ਦੇਖਦੇ ਨੇ, ਔਰ ਹੋਲੀ ਸਪਿਰਿਟ ਮੈਨੂੰ ਦੱਸ ਰਹੇ ਨੇ ਕਿ ਮਨ ਦੀ ਘਬਰਾਹਟ ਤੋਂ ਲੋਕ ਚੰਗੇ ਹੋ ਰਹੇ ਨੇ, ਕੰਨਾਂ ਦੀਆਂ ਆਵਾਜ਼ਾਂ ਤੋਂ ਲੋਕ ਚੰਗੇ ਹੋ ਰਹੇ ਨੇ, ਕੰਨਾਂ ਤੋਂ ਚੰਗੇ ਹੋ ਰਹੇ ਨੇ। ਘਰ ਦੀਆਂ ਚਿੰਤਾ ਪ੍ਰਭੂ ਜੀ ਕਹਿ ਰਹੇ ਕਿ ਤੁਹਾਡੀਆਂ ਜਾ ਰਹੀਆਂ। ਤੁਹਾਡੇ ਘਰ ਦੇ ਵਿੱਚ ਬੇਹੱਦ ਪ੍ਰਭੂ ਜੀ ਕਹਿ ਰਹੇ ਕਿ ਬਰਕਤ ਵੱਧ ਰਹੀ ਹੈ। ਜੇ ਤੁਸੀਂ ਵਿਸ਼ਵਾਸ ਕਰੋਗੇ ਕਿ ਸਾਡੇ ਘਰ ਦੇ ਵਿੱਚ ਵਚਨ ਦੀ ਘਾਟ ਹੀ ਇਸੇ ਕਰਕੇ ਅਸੀਂ ਇੱਕ ਦੂਸਰੇ ਨਾਲ ਸਹੀ ਨਹੀਂ ਸੀ ਬੋਲਦੇ, ਵਚਨ ਦਾ ਕਰਕੇ ਹੀ ਅਸੀਂ ਬਾਈਬਲ ਨਹੀਂ ਸੀ ਪੜ੍ਹਦੇ ਕਿ ਵਚਨ ਦੇ ਵਿੱਚ ਲਿਖਿਆ ਬਾਈਬਲ ਪੜ੍ਹੋ, ਪਰ ਅਸੀਂ ਨਹੀਂ ਸੀ ਪੜ੍ਹਦੇ। ਪ੍ਰਭੂ ਜੀ ਕਹਿ ਰਹੇ ਕਿ ਦੁਸ਼ਟ ਤੋਂ ਆਉਣ ਵਾਲੀ ਵਿਰਾਨੀ ਤੋਂ ਨਾ ਡਰੋ। ਕਿ ਦੁਸ਼ਟ ਕੀ ਕਰੇਗਾ? ਪ੍ਰਭੂ ਜੀ ਕਹਿ ਰਹੇ ਕਿ ਦੁਸ਼ਟ ਨੂੰ ਮੈਂ ਤੁਹਾਡੇ ਪੈਰਾਂ ਦੀ ਹੇਠ ਕਰ ਦਿੱਤਾ ਵਾ। ਲੂਕਾ 10:19 ਚ ਲਿਖਿਆ ਮੈਂ ਤੁਹਾਨੂੰ ਸੱਪ ਤੇ ਡੂਮਿਆਂ ਦੇ ਦੁਸ਼ਟ ਦੀ ਸਾਰੀ ਸ਼ਕਤੀ ਨੂੰ ਲਤਾੜਨ ਦਾ ਅਧਿਕਾਰ ਦਿੱਤਾ। ਮਰਕਸ 16:16 ਦਾ ਅਧਿਕਾਰ ਮੰਗੋ ਔਰ ਡਾਟੋ ਇਹਨੂੰ ਆਪਣੇ ਘਰਾਂ ਵਿੱਚ। ਰੋਜ਼ਾਨਾ ਬਾਈਬਲ ਪੜ੍ਹਨ ਵਾਲਾ ਜੀਵਨ ਮੰਗੋ, ਬਾਈਬਲ ਦੀ ਸਮਝ ਮੰਗੋ, ਪਵਿੱਤਰ ਸ਼ਾਸਤਰ ਦੀ ਸਮਝ ਮੰਗੋ। ਜਦ ਤੁਸੀਂ ਪਵਿੱਤਰ ਸ਼ਾਸਤਰ ਦੇ ਅਕੋਰਡਿੰਗ ਚੱਲੋਗੇ ਤੇ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਦੱਸ ਸਕਦਾ ਕਿ ਸਭ ਤੋਂ ਵੱਧ ਲੋਕ ਪਿਆਰ ਕਰਨਗੇ ਔਰ ਸਭ ਤੋਂ ਵੱਧ ਲੋਕ ਤੁਹਾਨੂੰ ਆਪਣੇ ਨਾਲ ਮਿਲਾਉਣਗੇ। ਪਰ ਪਵਿੱਤਰ ਬਾਈਬਲ ਕਹਿ ਰਹੀ ਆ ਕਿ ਤੁਸੀਂ ਆਪਣੇ ਆਗੂਆਂ ਔਰ ਆਪਣੇ ਦਾਸ ਤੋਂ ਬਿਨਾਂ ਕਿਸੇ ਦੇ ਨਾਲ ਲਿੰਕ ਨਹੀਂ ਰੱਖਣਾ, ਕਿਉਂਕਿ ਐਸੇ ਲੋਕ ਤੁਹਾਡੀ ਲਾਈਫ ਚ ਆਉਣਗੇ ਜਿਹੜੇ ਤੁਹਾਨੂੰ ਖੇਡਣਗੇ ਕਿ ਸਾਡੇ ਨਾਲ ਆ ਜਾਓ। ਪਰ ਪ੍ਰਭੂ ਜੀ ਕਹਿ ਰਹੇ ਕਿ ਇਹ ਉਹ ਭੇਤ ਆ ਜਿਹੜੇ ਸਿਰਫ ਤੁਸੀਂ ਆਪਣੇ ਦਾਸਾਂ ਦੇ ਕੋਲੋਂ ਹੀ ਸਿੱਖ ਸਕਦੇ ਜੀ। ਬਾਈਬਲ ਸਟੱਡੀ ਪ੍ਰਭੂ ਜੀ ਕਹਿ ਰਹੇ ਸ਼ੁਰੂ ਹੋ ਰਹੀ ਹੈ ਲਗਾਤਾਰ ਪ੍ਰੀਚਿੰਗ ਤੁਸੀਂ ਸੁਣੋਗੇ ਹੁਣ। ਔਰ ਪ੍ਰਭੂ ਜੀ ਕਹਿ ਰਹੇ ਕਿ ਮਾਫੀ ਮੰਗੋ, ਅੱਜ ਸ਼ਾਂਤੀ ਵਾਸਤੇ ਪ੍ਰੇਰ ਕਰੋ ਔਰ ਮਾਫ ਕਰ ਦਿਓ। ਆਮੀਨ। ਅਗਲਾ ਨੰਬਰ ਜਦ ਮੈਂ ਪੜਾਂਗਾ ਉਹਨੇ ਤੇ ਲਿਖਿਆ ਜੇ ਸੇਵਾ ਹੋਵੇ ਤਾਂ ਉਹ ਸੇਵਾ ਵਿੱਚ ਹੀ ਰਹੇ, ਜੇ ਸਿਖਾਉਣ ਵਾਲਾ ਹੋਵੇ ਤਾਂ ਸਿਖਾਉਣ ਵਾਲੇ ਕੰਮ ਵਿੱਚ ਹੀ ਰਹੇ। ਅਗਲੀ ਸਾਈਡ ਤੇ ਲਿਖਿਆ ਜੇ ਉਪਦੇਸ਼ਕ ਹੋਵੇ, ਜਿਹੜਾ ਉਪਦੇਸ਼ਕ ਦਾ ਕੰਮ ਕਰਦਾ ਯਾਨੀ ਕਿ ਪਵਿੱਤਰ ਟੀਚਿੰਗ ਦਿੰਦਾ, ਜਿਹੜਾ ਬਾਈਬਲ ਸਿਖਾਉਂਦਾ ਉਹ ਉਪਦੇਸ਼ਕ ਦਾ ਕੰਮ ਕਰੇ। ਉੱਥੇ ਲਿਖਿਆ ਜਿਹੜੇ ਦਾਨ ਦਿੰਦਾ ਵਾ ਉਹ ਖੁੱਲੇ ਦਿਲ ਦਾਨ ਦੇਵੇ, ਹੋਕੇ ਭਰ ਕੇ ਨਹੀਂ, ਖੁੱਲੇ ਦਿਲ। ਜੇ ਤੁਸੀਂ ਪ੍ਰਭੂ ਦੇ ਕੰਮਾਂ ਵਿੱਚ ਖੁੱਲੇ ਦਿਲ ਦੇ ਨਾਲ ਹੱਥ ਵਧਾਉਂਦੇ ਨੇ ਤੇ ਤੁਸੀਂ ਵੀ ਆਪਣੇ ਘਰ 'ਚ ਉਸੇ ਅਨਾਇੰਟਿੰਗ, ਉਸੇ ਸਾਮਰਥ ਨੂੰ ਦੇਖੋਗੇ, ਬਰਕਤ ਨੂੰ ਦੇਖੋਗੇ। ਕਿਉਂਕਿ ਵੇਖੋ ਮੇਰੇ ਜੀ ਸਾਥੇ ਜੇ ਬਾਈਬਲ 'ਚ ਲਿਖਿਆ ਖੁੱਲੇ ਦਿਲ ਦਿਓ ਤੇ ਤੁਸੀਂ ਖੁੱਲੇ ਦਿਲ ਹੀ ਦੇਣਾ। ਜਦੋਂ ਤੁਸੀਂ ਕਰੰਥੀਆਂ ਪੜ੍ਹਦੇ ਜੇ ਦੂਸਰਾ, ਉੱਥੇ ਲਿਖਿਆ ਉਹਦਾ 8 ਔਰ 9 ਦੋ ਚੈਪਟਰ ਜਦੋਂ ਤੁਸੀਂ ਲਗਾਤਾਰ ਪੜ੍ਹੋਗੇ ਤੁਹਾਨੂੰ ਉੱਥੇ ਦਾਨ ਦੇ ਬਾਰੇ ਪਤਾ ਲੱਗੇਗਾ। ਫਸਟ ਕਰੰਥੀਆਂ ਦੂਸਰਾ ਕਰੰਥੀਆਂ ਉਹਦਾ 9 ਦੋਨੋਂ ਚੈਪਟਰ ਪੜ੍ਹਿਓ। ਉਹ ਜੋ ਸੰਤ ਪਲੂਸ ਨੇ ਵੇਖੋ ਲਿਖਿਆ ਕਿ ਕਿਸ ਤਰੀਕੇ ਨਾਲ ਜਿਹੜੇ ਲੋਕ ਪਰਮੇਸ਼ਵਰ ਦੇ ਵੱਖ-ਵੱਖ ਜਗ੍ਹਾ ਤੇ ਜਿੱਥੋਂ ਪਰਮੇਸ਼ਵਰ ਦਾਸ ਪ੍ਰਚਾਰ ਕਰਦਾ ਸੀ ਉਹਦੀ ਮਦਦ ਆਉਂਦੀ ਸੀ।
क्योंकि मेरे जी साथी देखो ਜਿਹੜੇ ਸੇਵਕ ਆ ਵਿਚਾਰੇ ਉਹਨਾਂ ਦਾ ਕੰਮ ਕੀ ਆ ਕਿ ਤੁਹਾਡੇ ਲਈ ਪ੍ਰੇਰਾ ਕਰਨੀਆਂ, ਤੁਹਾਡੇ ਘਰਾਂ ਲਈ ਪ੍ਰੇਰਾ ਕਰਨੀਆਂ। ਹੁਣ ਦੇਖੋ ਕੈਮਰਾ ਆਇਆ, ਆਨਲਾਈਨ ਮੀਟਿੰਗ ਸ਼ੁਰੂ ਹੋ ਰਹੀ ਹੈ, ਬਹੁਤ ਜ਼ਿਆਦਾ ਆਨਲਾਈਨ ਤੁਸੀਂ ਦੇਖਣ ਜਾ ਰਹੇ। ਇਹਦੇ ਵਿੱਚ ਵੇਖੋ ਮੇਰੇ ਜੀ ਸਾਥੀ ਪੈਸੇ ਲੱਗਦੇ ਆ, ਇੱਕ ਇੱਕ ਚੀਜ਼ ਜਿਹੜੀ ਅੱਜ ਮਹਿੰਗੀ ਆ। ਲੋਕਡਾਊਨ ਦੇ ਦੌਰਾਨ ਸਭ ਚੌਪਟ ਹੋ ਚੁੱਕਾ ਵਾ, ਪਰ ਫਿਰ ਵੀ ਅਸੀਂ ਖੁਦਾ ਦਾ ਧੰਨਵਾਦ ਕਰਦੇ, ਖੁਦਾ ਸਾਨੂੰ ਦੇ ਰਿਹਾ। ਜਿਹੜੇ ਭੈਣ ਭਾਈ ਵੇਖੋ 500 ਰੁਪਏ ਦਾ ਬੀਜ ਬੋਲਦੇ ਸੀ, ਜਿਨ੍ਹਾਂ ਨੇ ਬੰਦ ਕਰ ਦਿੱਤਾ ਵਾ, ਉਹਨਾਂ ਦੇ ਅੱਗੇ ਮੈਂ ਬੇਨਤੀ ਕਰਦਾ ਕਿ ਆਪਣੀ ਬਲੈਸਿੰਗ ਨੂੰ ਨਾ ਰੋਕੋ, ਕਿਉਂਕਿ ਜੇ ਤੁਸੀਂ ਖੁਦਾ ਦੇ ਘਰ ਵਿੱਚ ਥੋੜੇ ਤੋਂ ਥੋੜਾ ਵੀ ਦੋਗੇ ਤਾਂ ਖੁਦਾ ਤੁਹਾਨੂੰ ਸੇਮ ਨਹੀਂ ਰਹਿਣ ਦੇਗਾ। ਕਿਉਂਕਿ ਜੇ ਬਾਈਬਲ 'ਚ ਲਿਖਿਆ ਕਿ ਜਿਹੜਾ ਦਾਨ ਦੇਣ ਵਾਲਾ ਖੁੱਲੇ ਦਿਲ ਦਾਨ ਕਰੇ, ਜਿਹੜਾ ਉਪਦੇਸ਼ਕ ਆ ਉਹ ਖੁੱਲੇ ਦਿਲ ਉਪਦੇਸ਼ਕ ਦਾ ਹੀ ਕੰਮ ਕਰੇ। ਤੇ ਇਹ ਉਹ ਭੇਤ ਆ ਜਿਹੜਾ ਤੁਸੀਂ ਸਿੱਖਿਆ, ਆਪਣੀ ਡਿਊਟੀ ਵਿੱਚ ਰਹਿਣਾ ਔਰ ਡਿਊਟੀ ਦੇ ਵਿੱਚ ਹੀ ਬਣੇ ਰਹਿਣਾ। ਔਰ ਡਿਊਟੀ ਤੁਹਾਡੀ ਇਹੀ ਹੈ ਕਿ ਤੁਸੀਂ ਲਗਾਤਾਰ ਖੁਦਾ ਦੀ ਹਜ਼ੂਰੀ ਵਿੱਚ ਬਣੇ ਰਹੋ, ਸਮੇਂ ਸਿਰ ਚਰਚ ਵਿੱਚ ਆਓ और समय सिर बाइबल पढ़ो और हर काम समय सिर करो। अपने हाथ खड़े करके मांगोगे परमेश्वर जो मैंने सुनिया मेरे जीवन 100 गुना फल लेके आए। अपने हाथ खड़े करो, बोलो पिता जो मैं सुनिया कि मैं बीज बोवांगा, मैं अपनी नेक कमाई विचों 10वां हिस्सा देवांगा, मैं अपने दास नूं नहीं, मैं अपने प्रभु के कामां विच हत्थ वधावांगा। भजन संहिता प्रभु जी कह रही है 126 जदों असीं पढ़दे और बाइबल च लिखा जिहड़े हंझूआं नाल बीज दो जकारियां दे नाल वड्डणगे और मन की शांति और मन की हीलिंग तुहाडे जीवन का हिस्सा है। और जिन्हां को घर नहीं, प्रभु जी कह रहे कि जबूर 113 जबूर 127 कि जब तक यहोवा ही घर ना बनाए तो बनाउण वाले दी मेहनत व्यर्थ आ। जबूर 113 जद असीं ध्यान दे के पढ़दे हां, प्रार्थना दे विच रहिए। जबूर 113 ਉਹਦੀ 8 नंबर जद असीं पंक्ति पढ़दे हां 113 ਦੀ ਉੱਥੇ ਲਿਖਿਆ ਕਿ ਪਰਮੇਸ਼ਰ ਕੰਗਾਲ ਨੂੰ ਰੂੜੀ ਤੋਂ ਚੁੱਕਦਾ, ਉਹਨੂੰ ਪਤਵੰਤਾਂ ਵਿੱਚ ਬਿਠਾਉਂਦਾ, ਉਹਦੇ ਆਪਣੇ ਲੋਕਾਂ ਦੇ ਪਤਵੰਤਾਂ ਵਿੱਚ ਬਿਠਾਉਂਦਾ। ਮੇਰੇ ਜੀ ਸਾਥੀਓ, ਜੇ ਤੁਸੀਂ ਆਪਣੇ ਕੇਸਾਂ ਨੂੰ ਲੱਭ ਕੇ ਪ੍ਰਾਰਥਨਾ ਕਰੋਗੇ ਤੇ ਮੈਂ ਕਹਿੰਦਾ ਤੁਸੀਂ ਸੇਮ ਨਹੀਂ ਰਹੋਗੇ। ਹਰ ਵੇਦੀ, ਹਰ ਇੱਕ ਐਲਡਰ ਜਿਹੜਾ ਤੁਹਾਡੇ ਘਰ ਦੇ ਖਿਲਾਫ ਆ, ਜਿਹੜਾ ਤੁਹਾਨੂੰ ਬਰਕਤ ਤੇ ਬਰਕਤ ਲੈਣ ਤੋਂ ਰੋਕਦਾ, ਉਹ ਗਿਰ ਰਿਹਾ ਯਿਸੂ ਮਸੀਹ ਦੇ ਨਾਮ 'ਚ। 12 ਤੋਂ 2 ਦੀ ਪ੍ਰੇਅਰ 'ਚ ਚਲੇ ਜਾਓ, ਫਾਸਟਿੰਗ ਤੇ ਚਲੇ ਜਾਓ, ਮਿਹਨਤ ਵਿੱਚ ਬਣੇ ਰਹੋ। ਤੁਸੀਂ ਆਪਣੇ ਘਰਾਂ ਵਿੱਚ ਗਵਾਹੀਆਂ ਨੂੰ ਵੇਖੋਗੇ ਬਣਦੀਆਂ, ਤੁਹਾਡੀਆਂ ਗਵਾਹੀਆਂ ਬਣਨੀਆਂ। ਤੁਹਾਡੇ ਘਰਾਂ ਦੇ ਲਾਗੇ ਲੋਕ ਜਿਹੜੇ ਤੁਹਾਨੂੰ ਦੇਖ ਕੇ ਹੈਰਾਨ ਹੋਣਗੇ। ਤੁਸੀਂ ਉਹਨਾਂ ਲਈ ਬਦਲੋ, ਤੁਸੀਂ ਉਹਨਾਂ ਨੂੰ ਬਦਲੋਗੇ। ਤੁਸੀਂ ਦੂਸਰਿਆਂ ਵਾਸਤੇ ਆਸ਼ੀਸ਼ ਦਾ ਕਾਰਨ ਬਣਨ ਵਾਸਤੇ ਜਾ ਰਹੇ ਜੀ। ਤੁਹਾਡੀ ਤਰੱਕੀ ਵਧਣ ਵਾਸਤੇ ਜਾ ਰਹੀ ਹੈ, ਤੁਸੀਂ ਆਸ਼ੀਸ਼ਿਤ ਹੋਣ ਵਾਸਤੇ ਜਾ ਰਹੇ ਜੀ। शैतान दी बेदियां गिरदियां मैं देख रहा यीशु मसीह के नाम दे विच। गलत फहमियां तुहाडे जीवन छड्ड के जा रही की आ। जो प्रार्थना नहीं करते आत्मा में छू, उन्होंने प्रार्थना करना, अपने हाथ खड़े करो। जो बाइबल नहीं पढ़ते बाइबल मंगो अपने जीवनां दे विच। मन की कड़वाहट नूं डाटो, गलत संगति डाटो, गलत बोलना डाटो। गंदी आत्मा होली गोस्ट फायर शिमारा निगुना बस्ताना बस्तारा बालूका सियारबे alabazaba la kula basaba la ligula basandara la bala la boshindara la bala का bala के निबेने कलमा। परमेश्वर के बच्चे लिखा दोष ना ला तेरे ते लाया जाएगा। जो अपने बच्चे ने बदलता देखना चाहता प्रभु जी करके लगातार बाइबल पढ़ो, लगातार प्रार्थना करो, बाइबल के बीज विचों अपने केस नूं लभो। जिन्हां को घर नहीं है प्रभु जी करके उन्हां दे वास्ते वचन दिते है। जिन्हें को बेबी नहीं है जबूर 127 दिते ले खोलो। उत्पत्ति 25-21 पढ़ो। हन्ना दी प्रेयर 1 शमूएल उसका 2 अध्याय पढ़ो। हर प्रार्थना के उत्तर आ रहे यीशु मसीह ने दस रहे ने कि जे अज तुसीं इस वचन को अपने मन में जमा कर लिया तो तुहाडे प्रभु जी करेंगे रुके काम बनने वास्ते जा रहे हैं, तुहाडे रुके काम बनने वास्ते जा रहे हैं। घरां दे विच प्रभु जो एल्डर, जो बेदियां, जो शैतान दे काम ने वो नाश हो रहे ने तुहाडे सामर्थी नाम च। सीआर गॉड में निको स्पीयर गॉड में सीआर में आई ए मैनिका आई स्पीयर को अली रबाला लबा संदरा बना का बला बस्तरा बरा का लबला रबाला रमस्तरा बला लबा अबला बैशा बला बला का बला बजरा बरा का लबा फायर फायर फायर। गुस्से दी आत्मा मैं तुहाडे घरां तो निकल के देख रहा। दुष्ट आत्मा बेहद गुस्से च आ रहा है। प्रभु जी कह रहे कि वो शर्मिंदा आ रहा वा, वो पर्दे फाश हो रहे ने। प्रभु जी मैनूं दस रहे ने
शिमूराना होली दी होरा रबा सरबा सदूम ते मोरा दी आग आवे प्रभु जेडी सदूम ते मोरा विच आग आई है ये शैतान दे उपर आए घरां दे उपर आउण प्रभु जो विरोधी घरां दे विच काम कर रहा नशे दियां आत्मा जान नशे दियां आत्मा जान नशे दियां आत्मा जान लाइफ चेंज हो जाए यीशु मसीह दे नाल डिलीवर हो जाए यीशु मसीह दे नाल गुड न्यूज़ शिमोरा लिकूला बासमालाबा प्रभु दे दूतो खुदा दे संतो जो बाथरूम दे विच गंदियां गल्लां करदा इहनू बन के तां कुंड विच लै जाओ इहनू मार मार के दी हड्डियां तोड़ दो यीशु दे नाल आत्मा कर दो परमेश्वर दे नाल ये गंदी रूह जिहड़ी बाथरूम दे विच गलत गल्लां करदी इहनू इस अग विच लै जाओ परमेश्वर दे संतो शराबरा बरा कराबा समारा बसरा बरा कमरा बसा बरा शिकाना बसुका ना बा होरे बेनी कंदा मसुका ना बा लिकूला बा शिफा शिफा प्रभु जी कह के जेडे छोटियां छोटियां गल्लां दा मजाक करदे बदल रहे ने प्रभु उन्हां नूं बदल रहे ने ताड़ियां प्रार्थनावां दे नाल लोग बदल रहे ने लोग वचन पढ़ रहे ने लोग अपने आप नूं बेहद बुरे कामां विच पा रहे पर प्रभु जी कह के जेडे लोग इस वचन नूं सुणगे वो बच रहे ने आमीन शिफा शिफा धन्यवाद कर यीशु के नाम में आमीन 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 मेरे जी साथियों अगली स्लाइड जब आप देखते हैं टाइटल प्रेम हुण देखो प्रेम की है परमेश्वर ने सानू प्यार करने बारे बोलिया परमेश्वर प्रभु यीशु ने सानू प्यार करने बोलिया हुण ते संत पौलुस फिर की लिख रहा पहले आपां ड्यूटियां दे बारे वेखिया कि ड्यूटियां किदां करनियां हुण अगला जेहड़ा चैप्टर मेरा प्यार ते शुरू हो रहा कि प्रेम इत्थे लिखिया प्रेम निष्कपट होवे बुराई तो सोग करो भलाई नाल मिले रहो इत्थे तीन गल्लां हैं निष्कपट विच जिहदे विच कोई दाग नहीं बुराई यानी कि बुरे काम जो करना तुहानूं इदां सोग होवे कि जिद्दां घर च कोई जी मरिया हुंदा जो तुसीं बुरा काम कर लगदे चाहे तुसीं ताश खेडदे जे चाहे तुसीं जनानी नाल कोई गलत चक्कर करदे चाहे तुसीं मोबाइल विच कुछ गंद वेंदे जे जां कुछ भी देखदे जे उस समय दस्सां कि तुसीं बुराई तो सोग करो तुसीं लड़न वेले सोग करो कोई भी काम कर लगदे गलत अपने हाथ दे नाल भी मान लो कि झगड़े दे विच जाके हथियार नाल किहनूं मार लगदे तुहानूं बुरे काम तो सोग करनी प्रभु ने बोलिया गाड़ी लिखिया प्रभु ने कहा भलाई नाल मिले रहो यानी कि भले काम करन वास्ते की आ भले काम नाल मिले रहो यानी कि तुहाडे हत्थों भला होवे गरीबां दी मदद करो अनाथां दी मदद करो विधवावां दी मदद करो अगवाइयां दो लोकां नूं पवित्र बाइबल पढ़ के लोकां दे जीवनां नूं चेंज करो इत्थे प्रभु ने कहा निष्कपट प्रेम होवे पहले मंत्र के प्रेम विच कोई भी दाग ना बुराई बुरे काम तो सोग करो तीसरा भलाई विच भलाई नाल मिले रहो यानी कि भला करना ही तुहाडे जीवन दा हिस्सा होवे हुण पवित्र बाइबल दे विच लिखिया कि परमेश्वर अपने वास्ते नहीं जींदे दूजे लोकां लई जींदे अज आपां भी मेरे जीव साथियों अपने वास्ते नहीं जीना आपां दूसरे लोकां वास्ते जीना आपां दूसरे लोकां नूं खुदा दे वचन में जे अपने को मान लो ज्ञान है ते आपां ज्ञान नूं फैलाउंदे नहीं आ ते दूसरे लोग किदां बचणगे दूसरे लोकां नूं गवाही देनी है चर्च बारे दसना वा चर्च दी वीडियो बारे दसना चैनल बारे दसना फिर तुसीं एक मसीह दे सच्चे चरवाहे जी फिर तुसीं प्रभु दी भेंट जी जे तुसीं चैनल बारे भी नहीं दसदे ना तुसीं आप प्रार्थना करदे ना तुसीं दूजे नूं दसना ਇਹਦਾ मतलब की है तुसीं वो लोग जिन्हां तोड़े ले ते पर उन्हां दब के रख छड़िया आमीन अगली साइड लिखिया भरपण दा प्रेम विच एक दूजे नाल गूढ़ी हित रखो मान लो भरपण दा प्रेम तुसीं किहदे घर जांदे जे ओदी प्रौणचारी करो ओदा सत्कार करो मान लो पास्टर तुहाडे घरां विच आउंदा तुसीं बेहद पास्टर दी सेवा करदे जे इत्थे लिखिया भरपण दा प्रेम यानी कि एक दूजे नाल प्यार करो और गूढ़ी हित गूढ़ा प्यार साडे अंदर प्यार होना चाहिए मेरे जी साथियों क्योंकि देखो पवित्र बाइबल दे विच साफ रोमियां दी जदों तुसीं आपां करंथियां 13 अध्याय पढ़दे हां करंथियां 13 अध्याय जदों आपां पढ़दे लिखिया जे मैं स्वर्गदूतां दी बोलियां बोलां भावें इहो जी नेचर रखा जिहड़ी पहाड़ां नूं हटा दे जे मैं प्यार ना रखा ते मैं छन करने वाला छाणा ते ठंडन करने वाला कियां पितलिया प्यार मेरे जी साथियों बाइबल ते लिखा है
ਹਰ ਇੱਕ ਚੀਜ਼ ਤੇ ਫਤਿਹ ਪਾਉਂਦਾ। ਪਿਆਰ ਜਿਹੜਾ ਬਹੁਤੇ ਪਾਪਾਂ ਨੂੰ ਕੀ ਕਰ ਲੈਂਦਾ, ਢੱਕ ਲੈਂਦਾ। ਔਰ ਪਿਆਰ ਹੀ ਪ੍ਰਭੂ ਯਿਸੂ ਆ ਤੇ ਪਿਆਰ ਹੀ ਸ਼ੈਤਾਨ ਤੁਹਾਨੂੰ ਕਰ ਨਹੀਂ ਦਿੰਦਾ। ਪਿਆਰ ਹੀ ਤਾਂ ਆਪਾਂ ਕਰਨਾ। ਪਿਆਰ ਦੇ ਵਿੱਚ ਬਾਈਬਲ 'ਚ ਲਿਖਿਆ ਪਿਆਰ ਹੀ ਆ ਜਿਹੜਾ ਸ਼ੈਤਾਨ ਦੇ ਫਤਿਹ ਪਾਉਂਦਾ, ਸ਼ੈਤਾਨ ਦੇ ਹਰ ਕੰਮ ਤੇ ਫਤਿਹ ਪਾਉਂਦਾ। ਅੱਗੇ ਲਿਖਿਆ ਆਦਰ ਵਿੱਚ ਇੱਕ ਦੂਜੇ ਨੂੰ ਚੰਗਾ ਜਾਣੋ। ਮੰਨ ਲਓ ਅੱਜ ਆਪਾਂ ਕਿਸੇ ਨੂੰ ਜੀ ਕਰਕੇ ਬੁਲਾਉਂਦੇ ਆ, ਅਗਲਾ ਵੀ ਸਾਨੂੰ ਜੀ ਕਰਕੇ ਬੁਲਾਵੇਗਾ। ਜੇ ਆਪਾਂ ਛੋਟੇ ਨੂੰ ਜੀ ਕਰਕੇ ਨਹੀਂ ਬੁਲਾਵਾਂਗੇ, ਗਲਤ ਬੋਲਾਂਗੇ, ਤੇ ਛੋਟਾ ਵੀ ਸਾਡੇ ਨਾਲ ਗਲਤੀ ਬੋਲੇਗਾ। ਅੱਜ ਕਈਆਂ ਨੂੰ ਆਦਤ ਹੁੰਦੀ ਇੱਕ ਦੂਜੇ ਦੇ ਨਾਂ ਗਲਤ ਪਾਉਣ ਦੀ, ਪੁੱਠੇ ਸਿੱਧੇ ਨਾਂ ਪਾਉਣੇ ਆ, ਪਰ ਮੇਰੀ ਜੀ ਸਾਥੀਓ ਇਹ ਬਿਲਕੁਲ ਗਲਤ ਆ। ਪਵਿੱਤਰ ਬਾਈਬਲ 'ਚ ਲਿਖਿਆ ਮੇਰੇ ਬਣਾਏ ਹੋਏ ਨੂੰ ਨਾ ਫਟਕਾਰੋ। ਤੁਸੀਂ ਧਿਆਨ ਦੇ ਕੇ ਜਦੋਂ ਯਕੂਬ ਦੀ ਪੱਤਰੀ ਉਹਦਾ 3 ਬਾਬ ਦੀ 9 ਆਇਤ ਪੜੋਗੇ, ਉਸ ਲਿਖਿਆ ਉਸੇ ਮੂੰਹ ਨਾਲ ਤੁਸੀਂ ਧੰਨਵਾਦ ਕਰਦੇ ਜੇ, ਉਸੇ ਮੂੰਹ ਦੇ ਨਾਲ ਹੀ ਤੁਸੀਂ ਮੇਰੇ ਬਣਾਏ ਹੋਏ ਨੂੰ ਕੀ ਕਰਦੇ ਜੇ, ਫਟਕਾਰ। ਅੱਜ ਕਿੰਨੇ ਲੋਕ ਜਿਹੜੇ ਆਂਦੇ ਸਾਡੇ ਬੱਚੇ ਦਾ ਬਾਈਬਲ 'ਚ ਨਾਂ ਰੱਖ ਦਿਓ, ਬਾਈਬਲ 'ਚ ਨਾਂ ਰੱਖ ਕੇ ਤੇ ਬਾਅਦ 'ਚ ਉਹਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਆ। ਮੇਰੇ ਜੀ ਸਾਥੀ ਤੁਸੀਂ ਉਸੇ ਮੂੰਹ ਨਾਲ ਆਪਣੇ ਬੱਚਿਆਂ ਨੂੰ ਸ਼ਰਾਫਤ ਕਰਦੇ ਜੇ, ਉਸੇ ਮੂੰਹ ਨਾਲ ਤੁਸੀਂ ਉਹਨਾਂ ਨੂੰ ਬਲੈਸਡ ਕਰਦੇ ਜੇ। ਬਾਈਬਲ 'ਚ ਬਹੁਤ ਸਾਰੀਆਂ ਆਇਤਾਂ ਜੋ ਤੁਸੀਂ ਧਿਆਨ ਦੇ ਕੇ ਸੁਣੋਗੇ, ਉਹ ਐਸੀਆਂ ਆਇਤਾਂ ਵਾ ਜੋ ਤੁਹਾਨੂੰ ਪਤਾ ਲੱਗੂਗਾ ਕਿ ਉਹਨਾਂ ਗਲਤ ਬੀਜਿਆ ਤੇ ਗਲਤ ਵੱਢਿਆ। ਹੁਣ ਬਾਈਬਲ ਦੇ ਵਿੱਚ ਲਿਖਿਆ ਤੁਸੀਂ ਆਦਰ ਵਿੱਚ ਇੱਕ ਦੂਜੇ ਨੂੰ ਚੰਗਾ ਸਮਝੋ। ਮੰਨ ਲਓ ਇਹ ਨਹੀਂ ਕਿ ਉਹ ਮੰਨ ਲਓ ਤੁਹਾਡਾ ਵਲੰਟੀਅਰ ਆ ਤੇ ਤੁਸੀਂ ਪਾਸਟਰ ਜੇ ਤੁਸੀਂ ਉਹਨੂੰ ਗਲਤ ਬੋਲੋ ਨਾ, ਇੱਕ ਦੂਜੇ ਦਾ ਵੱਧ ਤੋਂ ਵੱਧ ਹੀ ਸਤਿਕਾਰ ਕਰਨਾ, ਤੇ ਜਿਹੜੀਆਂ ਵਲੰਟੀਅਰ ਭੈਣਾਂ ਕਲੀਸਿਆ ਦਾ ਸਤਿਕਾਰ ਕਰਨ, ਤੇ ਕਲੀਸਿਆ ਜਿਹੜੀ ਵਲੰਟੀਅਰ ਦੀ ਗੱਲ ਮੰਨਣ। ਹੁਣ ਕਿੰਨੇ ਵਲੰਟੀਅਰ ਜਿਹੜੀਆਂ ਕਿੰਨੇ ਕਲੀਸਿਆ ਦੀ ਜੋ ਗੱਲ ਨਹੀਂ ਮੰਨਦੇ, ਜੋ ਵਿਚਾਰੇ ਕਹਿੰਦੇ ਬੈਠ ਜਾਓ, ਉਹਨਾਂ ਦੀ ਗੱਲ ਨਹੀਂ ਮੰਨਦੇ, ਤੇ ਜੋ ਕੁਝ ਸਮਝਾਉਂਦੇ ਤਾਂ ਉਹਨਾਂ ਨਾਲ ਲੜ ਪੈਂਦੇ ਗਾੜੀ। ਇਹਦਾ ਮਤਲਬ ਕੀ ਆ ਕਿ ਸਾਡੇ ਅੰਦਰ ਪਰਮੇਸ਼ਵਰ ਦੇ ਵਚਨ ਦੀ ਨੌਲੇਜ ਨਹੀਂ ਆ, ਤੇ ਨੌਲੇਜ ਤੋਂ ਬਿਨਾਂ ਤੁਸੀਂ ਬਚ ਨਹੀਂ ਸਕਦੇ। ਅੱਜ ਕਿੰਨੇ ਲੋਕ ਗੁੱਸਾ ਕਰ ਲੈਂਦੇ, ਲੋ ਜੀ ਮੈਨੂੰ ਦਬਕੇ ਮਾਰਦੇ ਪਾਸਟਰ ਨੇ, ਮੈਨੂੰ ਉੱਥੇ ਦਬਕੇ ਮਾਰਦੇ ਤੇ ਮੈਂ ਚਰਚ ਨਹੀਂ ਜਾਣਾ। ਮੇਰੇ ਜੀ ਸਾਥੀ ਜੇ ਤੁਸੀਂ ਚਰਚ ਨਹੀਂ ਗਏ ਤੇ ਤੁਹਾਡਾ ਨੁਕਸਾਨ ਹੈ, ਉਹ ਤਾਂ ਆਪਣੀ ਡਿਊਟੀ ਤੇ ਆ। ਅਗਲੀ ਸਾਈਡ ਇੱਥੇ ਲਿਖਿਆ ਮਿਹਨਤ ਵਿੱਚ ਢਿੱਲੇ ਨਾ ਹੋਵੋ। ਅੱਜ ਕਿੰਨੇ ਲੋਕ ਜਿਹੜੇ ਲੋਕਡਾਊਨ ਵਿੱਚ ਮਿਹਨਤ ਵਿੱਚ ਢਿੱਲੇ